जी। वाहिगुरु जी का खालसा, वाहिगुरु जी की फतेह। सतनाम वाहिगुरु साहिब जी। पांच तत्त को तन रचयो, जानो चतुर सुजान। सतगुरु कहते है सुजान मनुख चतुर मनुख। ਇਹਦਾ ਅਰਥ ਇਹ ਕੀ ਹੈ ਵੀ ਜੇ ਤੂੰ ਸਿਆਣਾ ਸਮਝਣਾ ਆਪਣੇ ਆਪ ਨੂੰ, ਬਰੀਕ ਅਕਲ ਵਾਲਾ ਹੈ, ਜੇ ਤੇਰੇ ਕੋਲ ਕੋਈ ਸਮਝ ਹੈ ਤੇ ਫਿਰ ਇਹ ਗੱਲ ਸਮਝ ਲਾ ਵੀ ਪੰਜਾਂ ਤੱਤਾਂ ਤੋਂ ਇਹ ਸਰੀਰ ਬਣਿਆ। ਕੱਲ ਦਾਸ ਨੇ ਬੇਨਤੀ ਕੀਤੀ, ਮਿੱਟੀ, ਆਕਾਸ਼, ਅੱਗ, ਹਵਾ ਤੇ ਪਾਣੀ, ਪੰਜ ਤੱਤ ਨੇ ਸਾਡੇ ਸਰੀਰ ਦੇ ਅੰਦਰ। ਇਹ ਤੱਤ ਪਹਿਲਾਂ ਵੀ ਸਨ। ਮਿੱਟੀ ਹੈ, ਉਹਨੂੰ ਪਾਣੀ 'ਚ ਗੁੰਨ ਕੇ ਨਾ ਘੁਮਿਆਰ ਅਨੇਕਾਂ ਤਰ੍ਹਾਂ ਦੇ ਬਰਤਨ ਬਣਾ ਦਿੰਦੇ। ਮਿੱਟੀ ਹੈ ਪਹਿਲਾਂ, ਪਾਣੀ ਵੀ ਹੈ, ਬਸ ਮਿਕਸ ਕਰਕੇ ਉਹਨੂੰ ਆਪਣੀ ਸੋਝੀ ਨਾਲ ਉਹਨੇ ਫਿਰ ਉਹਦੇ 'ਚੋਂ ਭਾਵੇਂ ਉਹ ਪੰਛੀਆਂ ਦੀ ਸ਼ਕਲ ਵਾਲੀ ਕੋਈ ਬਣਾਵੇ, ਕੋਈ ਕਿਸੇ ਦੀ ਮੂਰਤੀ ਬਣਾ ਦੇ, ਕੁਝ ਵੀ ਬਣਾ ਸਕਦਾ ਹੈ ਜੀ ਉਹ ਆਪਣੀ ਬੁੱਧੀ ਅਨੁਸਾਰ। ਇਸੇ ਤਰ੍ਹਾਂ ਸ੍ਰਿਸ਼ਟੀ ਪੈਦਾ ਕੀਤੀ ਵਾਹਿਗੁਰੂ ਨੇ ਤੇ ਫਿਰ ਉਹਨੇ ਜੀਵ ਬਣਾਏ। ਤੱਤ ਪਹਿਲਾਂ ਹੀ ਸਨ। ਗੁਰਮੁਖੋ, ਸਾਡੇ ਆਉਣ ਤੋਂ ਪਹਿਲਾਂ ਅਸੀਂ ਰਹਿ ਕਿਵੇਂ ਸਕਦੇ, ਪ੍ਰਬੰਧ ਪ੍ਰਮਾਤਮਾ ਨੇ ਕੀਤਾ। ਸਾਡੇ ਆਉਣ ਤੋਂ ਪਹਿਲਾਂ ਜਿੰਦਾ ਅਸੀਂ ਕਿਵੇਂ ਰਹਿ ਸਕਦੇ, ਇਹ ਪ੍ਰਬੰਧ ਪਹਿਲਾਂ ਹੋਇਆ, ਸਾਡੀ ਉਪਜ ਬਾਅਦ 'ਚ ਹੋਈ ਹੈ। ਏਕ ਕਵਾਵੇ ਤੇ ਸਭ ਹੋਇਆ, ਉਹਨੇ ਹੁਕਮ ਹੋਇਆ, ਕਹਿੰਦਾ ਧਰਤੀ ਬਣ ਜੇ, ਬਣ ਗਈ। ਆਕਾਸ਼, ਉਹ ਹਵਾ, ਅੱਗ, ਪਾਣੀ, ਜ਼ਰੂਰਤਾਂ ਸਾਰੀਆਂ ਉਹ ਫਿਰ ਉਹਦੇ ਵਿੱਚੋਂ ਹੀ ਉਹਨੇ ਇੱਕ ਮਨੁੱਖ ਦੀ ਉਪਜ ਕੀਤੀ, ਮਨੁੱਖ ਪੈਦਾ ਹੋਇਆ। ਪੰਜਾਂ ਤੱਤਾਂ ਨੂੰ ਇਕੱਠਿਆਂ ਕਰਕੇ ਉਹਨੇ ਮਨੁੱਖ ਦੀ ਰਚਨਾ ਕਰ ਦਿੱਤੀ। ਬੰਦੇ ਤੂੰ ਗੱਲ ਸਮਝ, ਮਿੱਟੀ ਤੋਂ ਬਣਿਆ। ਕਬੀਰ ਮਾਟੀ ਕੇ ਹਮ ਪੂਤਰੇ ਮਾਨਸ ਰਾਖਿਓ ਨਾਉ। ਹਾਂ, ਨਾ ਅਸੀਂ ਮਾਨਸ ਰੱਖ ਲਿਆ, ਬਣੇ ਮਿੱਟੀ ਤੋਂ ਹੈ। ਚਾਰ ਦਿਵਸ ਕੇ ਪਹੁੰਨੇ, ਵੈਸੇ 4 ਦਿਨਾਂ ਦੇ ਪ੍ਰਾਹੁਣੇ ਹੀ ਹੈ। ਵੱਡ ਵੱਡ ਰੂੰਦੇ ਟਾਓ, ਕੱਚਾ ਬਰਤਨ ਹੈ, ਕਿੰਨੇ ਕੁ ਚਿਰ ਰਹੇਗਾ। ਵੀ ਸਾਨੂੰ ਪਤਾ ਹੁੰਦਾ ਹੈ ਵੀ ਬੀਬੀਆਂ ਨਾ ਕਈ ਵਾਰੀ ਘੜੇ, ਉਹਨਾਂ ਨੂੰ ਪਤਾ ਹੈ ਵੀ ਆਹ ਗਰਮੀਆਂ ਕੱਢ ਜੇਗਾ, ਅਗਲੀਆਂ ਨੂੰ ਫਿਰ ਜਾ ਕੋਈ ਚਲੋ 2 ਸਾਲ ਕੱਢ ਸਕਦਾ ਹੈ, 2-4 ਸੀਜ਼ਨ ਕੱਢ ਸਕਦਾ ਹੈ। ਕੱਚਾ ਬਰਤਨ ਜਿਹਦੀ ਬਹੁਤੀ ਮੋਹਲਤ ਨਹੀਂ ਹੁੰਦੀ ਹੈ। ਤੇ ਮਹਾਰਾਜ ਕਹਿੰਦਾ 4 ਦਿਵਸ ਕੇ ਪਹੁੰਨੇ, ਪਹੁੰਨੇ ਪ੍ਰਾਹੁਣੇ ਨੂੰ ਕਹਿੰਦੇ 4 ਦਿਨਾਂ ਦਾ ਪ੍ਰਾਹੁਣਾ ਹੀ ਤੂੰ ਕੱਚਾ ਹੈ ਨਾ। ਜੇ ਬੜਾ ਮਜ਼ਬੂਤ ਬਣਾਇਆ ਹੁੰਦਾ ਫਿਰ ਤੇ ਅਸੀਂ ਬਹੁਤ ਲੰਮਾ ਸਮਾਂ ਕੱਢਦਾ ਨੇ। ਬਹੁਤ ਚੀਜ਼ਾਂ ਨੇ ਜਿਹੜੀਆਂ ਬਹੁਤ ਲੰਮਾ ਸਮਾਂ ਕੱਢੀਆਂ ਰਹਿੰਦੀਆਂ। ਦਰਖਤ ਹੀ ਹੈ, ਕਈਆਂ ਦੀ ਬਹੁਤ ਹਜ਼ਾਰਾਂ ਸਾਲ ਉਮਰ ਹੈ। ਸਾਡੇ ਕੋਲ 2 ਗੁਰੂ ਘਰ ਦੇ ਅੰਦਰ ਦਰਖਤ ਖੜੇ ਨੇ। ਗੁਰੂ ਸਾਹਿਬ ਦੀ ਆਮਦ, ਉਹਨਾਂ ਦੇ ਹੱਥ ਦੀ ਛੋਹ, ਉਹਨਾਂ ਦੇ ਚਰਨਾਂ ਦੀ ਛੋਹ ਸਾਨੂੰ ਅੱਜ ਮਿਲਦੀ ਹੈ। ਤੇ ਮਹਾਰਾਜ ਨੂੰ ਆਇਆ ਨੂੰ ਹੁਣ ਕਾਫੀ ਸਮਾਂ ਇੱਥੇ ਹੋ ਗਿਆ, 350 ਸਾਲ ਤੋਂ ਉੱਪਰ ਸਮਾਂ ਹੋ ਗਿਆ, 400 ਸਾਲ ਦੇ ਕਰੀਬ। ਤੇ ਉਹ ਦਰਖਤ ਅਸੀਂ ਇੰਨਾ ਸਮਾਂ ਰਹਾਂਗੇ, ਅਸੀਂ ਨਹੀਂ ਰਹਾਂਗੇ। ਕੁਝ ਚੀਜ਼ਾਂ ਜਿਹੜੀਆਂ ਬਹੁਤ ਲੰਬਾ ਸਮਾਂ ਰਹਿ ਸਕਦੀਆਂ, ਪਰ ਮਹਾਰਾਜ ਨੇ ਸਾਨੂੰ ਕਿਹਾ ਨਹੀਂ, ਤੂੰ ਕਿਆ ਭਰਵਾਸਾ ਇਸ ਭਾਂਡੇ ਕਾ, ਇਸ ਭਾਂਡੇ ਦਾ ਕੋਈ ਭਰੋਸਾ ਨਹੀਂ, ਕੱਚਾ ਹੈ ਨਾ। ਇਤਨਾ ਕੋ ਲੱਗ ਗਿਆ ਠਣਕਾ, ਬੜਾ ਜਿਹਾ ਠਣਕਾ ਲੱਗ ਗਿਆ ਨਾ ਟੁੱਟ ਜਾਂਦਾ। ਕੱਚਾ ਬਰਤਨ ਬੀਬੀਆਂ ਬਚਾ ਕੇ ਰੱਖਦੀਆਂ ਉਹੋ ਜਿਹੀ ਜਗ੍ਹਾ ਤੇ ਜਿੱਥੇ ਭਾਈ ਉਹਨੂੰ ਕੋਈ ਠੇਡਾ ਨਾ ਲੱਗੇ, ਰੁੜੇ ਨਾ, ਜਾਂ ਕੋਈ ਚੀਜ਼ ਉੱਪਰੋਂ ਨਾ ਡਿੱਗ ਪਏ ਦੇ ਉੱਪਰ, ਅਸੀਂ ਉੱਥੇ ਰੱਖਦੇ ਆ ਕਿ ਉਹ ਕੱਚਾ ਹੈ ਨਾ। ਮਹਾਰਾਜ ਨੇ ਕਿਹਾ ਸਾਡਾ ਸਰੀਰ ਵੀ ਕੱਚੇ ਬਰਤਨ ਦੀ ਤਰ੍ਹਾਂ ਹੈ, ਪ੍ਰਭਾਸ਼ਾ ਇਹਦਾ ਕੋਈ ਨਹੀਂ ਹੈ। ਇਤਨਾ ਕੋ ਲਾਗੇ ਡਨਗਾ ਤੁਰੇ ਜਾਂਦੇ ਹੈ, ਰਸਤੇ 'ਚ ਕੋਈ ਮਾੜੀ ਜਿਹੀ ਠੋਕਰ ਲੱਗ ਗਈ ਨਾ ਤੇ ਨਾਲ ਦੀ ਨਾਲ ਟੁੱਟ ਜਾਂਦਾ ਹੈ ਸਰੀਰ, ਖਿਲਰ ਜਾਂਦਾ ਹੈ ਸਰੀਰ ਨਾਲ ਦੀ ਨਾਲ। ਤੇ ਦਿਵਸ 4 ਕੇ ਪਹੁੰਚੇ, 4 ਦਿਨਾਂ ਵਾਸਤੇ ਪ੍ਰਾਹੁਣੇ ਹੈ। ਗੁਰੂ ਅਰਜਨ ਸਾਹਿਬ ਜੀ ਕਹਿੰਦੇ ਹੈ, ਜੈਸੇ ਰੈਣ ਪ੍ਰਾਹੁਣੇ, ਰੈਣ ਰਾਤ ਨੂੰ ਪ੍ਰਾਹੁਣੇ ਆਉਂਦੇ ਹੈ। ਉੱਠ ਚੱਲ ਸੇ ਪ੍ਰਭਾਤ, ਪ੍ਰਭਾਤ ਸਵੇਰ ਨੂੰ ਕਹਿੰਦੇ, ਸਵੇਰ ਹੁੰਦੇ ਉਹ ਚਲੇ ਜਾਂਦੇ ਆ। ਪ੍ਰਾਹੁਣੇ ਨੂੰ ਇਸ ਗੱਲ ਦਾ ਪਤਾ ਹੈ ਵੀ ਮੈਂ ਇੱਥੇ ਨਹੀਂ ਰਹਿਣਾ, ਆਇਆ ਜਿਹੜਾ ਉਹਨੇ ਜਾਣਾ ਹੈ।
ਘਰ ਵਾਲਿਆਂ ਨੂੰ ਵੀ ਇਸ ਗੱਲ ਦਾ ਪਤਾ, ਇੱਕ ਰਾਤ ਰਹੇਗਾ, 2-4 ਰਾਤਾਂ ਰਹੇਗਾ, ਜਾਣਾ ਤੇ ਇਹਨੇ ਹੈ ਹੀ ਹੈ। ਪਰ ਸਾਨੂੰ ਕੋਈ ਇਸ ਗੱਲ ਦੀ ਖਬਰ ਨਹੀਂ, ਆਏ ਹੈ ਵੀ ਅਸੀਂ ਜਾਣਾ ਵੀ ਹੈ, ਆਏ ਹੈ, ਪ੍ਰਾਹੁਣੇ ਨੂੰ ਪਤਾ ਹੈ ਜਾਣਾ ਹੈ। ਹੁਣ ਤੇ ਵੈਸੇ ਕਿਸੇ ਕੋਲ ਰਾਤ ਰਹਿਣ ਦਾ ਵੀ ਸਮਾਂ ਨਹੀਂ ਹੈ। ਬਹੁਤੇ ਰਿਸ਼ਤੇਦਾਰ ਜਿਹੜੇ ਸਵੇਰੇ ਗੇੜਾ ਮਾਰਦੇ, ਚਲੋ ਜੀ ਆਏ ਜੀ ਗਏ ਜੀ। ਪੁਰਾਤਨ ਸਮੇਂ ਰਾਤ ਪ੍ਰਾਹੁਣਾ ਰਹਿੰਦਾ ਸੀ ਤੇ ਉਹਨੂੰ ਨਾ ਰਾਤ ਨੂੰ ਦੁੱਧ ਛਕਾਇਆ ਜਾਂਦਾ ਸੀ, ਤੇ ਦੁੱਧ ਛਕਾਉਣ ਵਾਲੇ ਨੂੰ ਪੁੱਛ ਲੈਂਦਾ ਸੀ, ਭਾਈ ਸਵੇਰੇ ਟਾਂਗਾ ਕਿੰਨੇ ਵਜੇ ਚੱਲੇਗਾ, ਜਾਂ ਰੋਡਵੇਜ਼ ਦੀਆਂ ਬੱਸਾਂ ਜਾਂ ਹੋਰ ਕੋਈ ਸਾਧਨ ਪੁੱਛ ਲੈਂਦਾ ਸੀ। ਉਹਨੂੰ ਪਤਾ ਹੈ ਵੀ ਜਾਣਾ ਹੀ ਹੈ ਸਵੇਰੇ, ਨਹੀਂ ਤੇ ਪਰਸੋਂ ਜਾਣਾ ਤੇ ਹੈ ਹੀ ਹੈ। ਘਰ ਵਾਲਿਆਂ ਨੂੰ ਪਤਾ ਜਾਣਾ। ਮਹਾਰਾਜ ਕਹਿੰਦੇ ਇੰਨੇ ਕੁ ਸਮੇਂ ਵਾਸਤੇ ਤੂੰ ਸੰਸਾਰ ਤੇ ਆਇਆ, ਬਹੁਤਾ ਸਮਾਂ ਨਹੀਂ ਹੈ ਤੇਰੇ ਕੋਲ। ਪਰ ਇਸ ਗੱਲ ਤੋਂ ਅਸੀਂ ਬੇਖਬਰ, ਸਮਝਦੇ ਨਹੀਂ ਹੈ। ਇੱਕ ਦਿਨ ਜਾਣਾ ਹੈ, ਇਸ ਗੱਲ ਦੀ ਸੋਝੀ ਨਹੀਂ ਹੈ। ਜਾਣਾ ਹੈ, ਲੋਕਾਂ ਨੂੰ ਵੀ ਪਤਾ, ਜਿਵੇਂ ਪਰਿਵਾਰ ਨੂੰ ਪਤਾ ਹੁੰਦਾ ਨਾ ਪ੍ਰਾਹੁਣਾ ਨੇ ਚਲੇ ਜਾਣਾ, ਪ੍ਰਾਹੁਣੇ ਨੂੰ ਵੀ ਪਤਾ ਮੈਂ ਭਾਈ 1-2 ਦਿਨ ਹੀ ਰਹਿਣਾ, ਚਲੇ ਜਾਣਾ। ਸੰਸਾਰ ਨੂੰ ਪਤਾ ਹੈ ਜੋ ਆਇਆ ਸੋ ਚੱਲਸੀ, ਸਭ ਕੋਈ ਆਈ। ਜਾਣਾ ਸਮਝਦੇ ਨਹੀਂ ਨਾ। ਪੰਕਤੀਆਂ ਤੇ ਬਹੁਤ ਵਾਰੀ ਪੜ੍ਹੀਆਂ, ਸਾਰੀ ਸ਼ਬਦ ਦੇ ਸੌਖੀਆਂ ਸੌਖੀਆਂ ਪੰਕਤੀਆਂ ਸਾਰਿਆਂ ਨੂੰ ਅੰਤਮ ਅਰਦਾਸਾਂ ਤੇ ਜਾਂਦੇ ਰਹੇ ਨੇ। ਕੰਠ ਸੁਣੀਆਂ, ਮੰਨਿਆ ਕਿੰਨਾ ਕੁ ਨੇ, ਕਿੰਨਿਆਂ ਕੁ ਨੇ ਵੀ ਚਲੇ ਜਾਣਾ, ਮੰਨਦੇ ਨਹੀਂ। ਮਹਾਰਾਜ ਕਹਿੰਦੇ ਕਾਚੇ ਭਾਂਡੇ ਸਾਜ ਨਵਾਜੇ, ਕੱਚੇ ਭਾਂਡੇ ਸਾਜਦੇ ਤੇ ਰੱਬ ਨੇ। ਮਾਟੀ ਏਕ ਅਨੇਕ ਭਾਂਤ ਕਰ ਸਾਜੀ ਸਾਜਣ ਹਾਰੇ, ਨਾ ਕਛ ਪੂਛ ਮਾਟੀ ਕੇ ਭਾਂਡੇ, ਨਾ ਕਛ ਪੂਛ ਕੁਮਾਰੇ। ਪਾਂਚ ਤਤ ਕੋ ਧਨ ਰਚਿਓ, ਜਾਨੋ ਚਤੁਰ ਸੁਜਾਨ। ਹੇ ਸੁਜਾਨ ਮਨੁੱਖ, 5 ਤੱਤਾਂ ਤੋਂ ਭਾਈ ਤੇਰਾ ਤਾਨੂੰ ਨੇ ਰਚਿਆ। ਕੱਚਾ ਭਾਂਡਾ ਮਹਾਰਾਜ ਨੇ ਇਹਨੂੰ ਕੱਚਾ ਭਾਂਡਾ ਵੀ ਕਿਹਾ ਤੇ ਬੇਸ਼ੁਮਾਰ ਕੀਮਤੀ ਵੀ ਕਿਹਾ। ਕੱਲ ਪੰਕਤੀਆਂ ਬਹੁਤ ਆਪਾਂ ਪੜ੍ਹੀਆਂ ਵੀ ਕਬੀਰ ਮਾਨਸ ਜਨਮ ਦੁਲੰਭ, ਦੁਲੰਭ ਹੈ ਮਨੁੱਖਾ ਜਨਮ ਵਾਰ-ਵਾਰ ਮਿਲ, ਕੀਮਤੀ ਦੁਲੰਭਦਰ ਤੇ ਕੀਮਤੀ ਦਾ ਮੁੱਲ ਨਹੀਂ ਪਾਇਆ ਜਾ ਸਕਦਾ। 184 ਭ੍ਰਮ ਤੇ ਦੁਲੱਭ ਜਨਮ ਪਾਏ ਹੋਏ, ਬੜਾ ਬੇਸ਼ੁਮਾਰ ਕੀਮਤੀ ਜਨਮ। ਮਹਾਰਾਜ ਦੇ ਕੀਮਤੀ ਕਹਿੰਦੇ ਹੋ, ਸਰੀਰ ਦੁਬਾਰਾ ਨਹੀਂ ਮਿਲਣਾ ਤੇ ਮਹਾਰਾਜ ਸੋਨੇ ਦਾ ਹੀ ਕਹਿ ਦਿੰਦੇ। ਕੀਮਤ ਤੇ ਸੋਨੇ ਦੀ ਪੈਂਦੀ ਹੈ ਨਾ, ਹੀਰਿਆਂ ਜੜਿਆ ਕਹਿ ਦਿੰਦੇ ਹੋ। ਮਹਾਰਾਜ ਫਿਰ ਕੱਚਾ ਕਿਉਂ ਕਿਹਾ? ਕੀਮਤੀ, ਕੱਚੇ ਦੀ ਤੇ ਬਹੁਤੀ ਕੀਮਤ ਨਹੀਂ ਹੁੰਦੀ ਹੈ। ਬਰਤਨ ਕੱਚਾ ਲੈਣੇ ਆਪਾਂ, ਕੋਈ ਸੋਨੇ ਦਾ ਨਿੱਘਾ ਜਿਹਾ ਗਹਿਣਾ ਕਢਾਉਣਾ ਹੋਵੇ ਤੇ ਜੇਬ ਭਰ ਕੇ ਪੈਸੇ ਲਿਜਾਣੇ ਪੈਂਦੇ ਹੈ, ਤੇ ਉਹ ਕੱਚਾ ਬਰਤਨ ਲੈਣਾ ਹੋਵੇ ਤੇ ਉਹ ਕਹਿੰਦੇ ਬੀਬੀ ਇਹ ਬਸ ਦਾਣਿਆਂ ਦਾ ਭਰ ਲਿਆ ਜਿਹੜਾ ਬਰਤਨ ਲੈਣਾ, ਤੇ ਇੰਨੇ ਨਾਲ ਹੀ ਉਹ ਬਰਤਨ, ਇੰਨੇ ਕੁ ਦਾ ਬਰਤਨ ਬਹੁਤ ਵੱਡਾ ਹੁੰਦਾ, ਦਾਣੇ ਉਨੇ ਕੁ ਦੇਣੇ ਪੈਂਦੇ ਹੈ। ਉਹ ਗਹਿਣਾ ਸੀ ਇੱਕ ਨਿੱਕਾ ਜਿਹਾ ਕਢਾਉਣਾ, ਪੈਸੇ ਸਾਨੂੰ ਜੇਬਾਂ ਭਰ ਕੇ ਲਿਜਾਣੇ ਪੈਂਦੇ ਹੈ। ਉਹ ਇਹਦਾ ਮਤਲਬ ਵੀ ਨਿੱਕੇ ਜਿਹੇ ਗਹਿਣੇ ਦੀ ਬਹੁਤ ਕੀਮਤ ਹੈ, ਘੜੇ ਦੀ ਕੋਈ ਕੱਚੇ ਬਰਤਨ ਦੀ ਬਹੁਤੀ ਕੀਮਤ ਨਹੀਂ ਪੈਂਦੀ ਹੈ। ਮਹਾਰਾਜ ਤੁਸੀਂ ਚਲੋ ਸੋਨੇ ਦਾ ਕਹਿ ਦਿੰਦੇ, ਹੀਰਿਆ ਜੜਿਆ ਕਹਿ ਦਿੰਦੇ, ਜੇ ਨਹੀਂ ਸੀ ਕਹਿਣਾ ਚਲੋ ਕੱਲੇ ਸੋਨੇ ਦਾ ਨਹੀਂ ਮਹਾਰਾਜ ਤੁਸੀਂ ਪਿੱਤਲ ਦਾ ਹੀ ਕਹਿ ਦਿੰਦੇ, ਚਾਂਦੀ ਦਾ, ਤਾਂਬੇ ਦਾ, ਲੋਹੇ ਦਾ। ਕੱਚਾ ਭਾਂਡਾ ਕਿਉਂਕਿ ਮਹਾਰਾਜ ਨੇ ਫਿਰ ਬੜੀ ਬਖਸ਼ਿਸ਼ ਵਰਤਾਈ, ਗਿਆਨ ਦਿੱਤਾ। ਕਹਿੰਦੇ ਸੋਨੇ ਦਾ ਕਹਿ ਦਿੰਦੇ ਨਾ, ਸੋਨਾ ਜੁੜ ਜਾਂਦਾ ਦੁਬਾਰਾ, ਜਿੰਨੇ ਮਰਜ਼ੀ ਗਹਿਣੇ ਲਿਜਾਓ, ਉਹ ਸੁਨਿਆਰਾ ਦੁਬਾਰਾ ਨਵੇਂ ਗਹਿਣੇ ਬਿਲਕੁਲ ਕਢਵਾ ਲਓ, ਫਿਰ ਉਹ ਨਵੇਂ ਨੂੰ ਕੋਲ ਜਾਂ ਗਹਿਣੇ ਨੂੰ ਸੇਕ ਦੇ ਕੇ ਫਿਰ ਉਹ ਚਮਕਾ ਦਿੰਦੇ ਹੈ। ਮਹਾਰਾਜ ਕਹਿੰਦੇ ਸੋਨੇ ਦਾ ਕਹਿ ਦਿੰਦੇ, ਸੋਨਾ ਜੁੜ ਜਾਂਦਾ। ਲੋਹਾ, ਚਾਂਦੀ, ਪਿੱਤਲ ਸਾਰਾ ਕੁਝ ਤੂੰ ਲੈ ਜਾਣਾ ਸੀ ਘੁਮਿਆਰ ਸੁਨਿਆਰ ਕੋਲ, ਉਹ ਕਹਿੰਦੇ ਉਹ ਲੋਹਾਰ ਸੁਨਿਆਰ ਕੋਲ ਲੈ ਜਾਣਾ ਸੀ, ਜੁੜ ਜਾਣਾ ਸੀ। ਜੇ ਤੈਨੂੰ ਇੱਧਰ ਕਹਿੰਦੇ ਕੱਚਾ ਬਰਤਨ ਹੈ ਕੀਮਤੀ ਹੈ, ਸਾਂਭ ਕੇ ਰੱਖ, ਜੇ ਟੁੱਟ ਗਿਆ ਦੁਬਾਰਾ ਜੁੜਨ ਵਾਲਾ ਨਹੀਂ। ਕਦੇ ਕੱਚਾ ਬਰਤਨ ਕਿਸੇ ਘੁਮਿਆਰ ਕੋਲ ਕੋਈ ਬੀਬੀ ਲੈ ਕੇ ਗਈ? ਕਦੇ ਵੀ ਨਹੀਂ। ਇਹ ਜੁੜਦਾ ਹੀ ਨਹੀਂ ਹੈ। ਉਹਦੇ ਫਿਰ ਬਾਹਰ ਬੱਬਰ ਸੁੱਟਣੇ ਪੈਂਦੇ ਆ ਬਾਹਰ ਜਦੋਂ ਟੁੱਟ ਗਿਆ। ਹੈ ਬੇਸ਼ੁਮਾਰ ਕੀਮਤੀ ਹੈ ਨਾਜ਼ੁਕ ਜਿਹਾ, ਇਹਨੂੰ ਸੰਭਾਲ ਕੇ ਰੱਖ। ਮਿੱਟੀ ਤੋਂ ਬਣਿਆ, ਇਹਨੇ ਇੱਕ ਦਿਨ ਮਿੱਟੀ 'ਚ ਮਿਲ ਜਾਣਾ ਹੈ। ਜਿਹਦੇ ਉਪਜਿਓ ਨਾਨਕਾ, ਜਿੱਥੋਂ ਇਹ ਸਰੀਰ ਉਪਜਿਆ, ਜਿਹੇ ਤੇ ਉਪਜੋ ਕਿੱਥੋਂ? ਮਿੱਟੀ ਤੋਂ। ਮਿੱਟੀ ਤੋਂ ਸਾਡੀ ਉਪਜ ਹੋਈ ਹੈ ਨਾ। ਇਹਦੇ ਦੂਸਰੇ ਅਰਥ ਕਰੀਏ ਨਾ, ਸੁਰਤ ਦੀ ਵੀ ਇੱਥੇ ਆਤਮਾ ਦੀ ਵੀ ਗੱਲ ਹੈ। ਜਿੱਥੋਂ ਆਤਮਾ ਵਿਛੜ ਕੇ ਆਈ ਉਹਦੇ 'ਚ ਆਤਮਾ ਨੇ ਮਿਲਣਾ, ਪਰ ਇੱਥੇ ਸਰੀਰ ਦੀ ਗੱਲ ਚੱਲ ਰਹੀ ਹੈ। 5 ਤੱਤ ਕੋ ਤਨ ਦੀ ਗੱਲ ਚੱਲ ਰਹੀ ਹੈ। ਮਹਾਰਾਜ ਕਹਿੰਦੇ ਜਿੱਥੋਂ ਪੈਦਾ ਹੋਇਆ ਮਿੱਟੀ ਤੋਂ ਬਣਿਆ ਜੀ। ਕਹਿੰਦੇ ਗੱਲ ਮੰਨਣਾ ਵੀ ਉਸੇ ਜੀ ਇਹਨੇ ਲੀਨ ਹੋ ਜਾਣਾ ਹੀ ਇੱਕ ਦਿਨ।
ਮਿੱਟੀ ਤੋਂ ਬਣਿਆ ਸਰੀਰ ਇੱਕ ਦਿਨ ਮਿੱਟੀ 'ਚ ਮਿਲ ਜਾਂਦਾ ਹੈ। ਦਾਸ ਨੇ ਇਸ ਵਿਸ਼ੇ ਤੇ ਕੱਲ ਬੇਨਤੀਆਂ ਕੀਤੀਆਂ ਵੀ ਬਿਲਡਿੰਗ ਕਈ ਸਾਲ 100 ਸਾਲ 200 400 500 1000 ਸਾਲ ਖੜੀ ਰਵੇ, ਫਿਰ ਉਹਨੇ ਇੱਕ ਦਿਨ ਹੋਣਾ ਮਿੱਟੀ ਹੈ। ਮਿੱਟੀ ਤੋਂ ਬਣੀ, ਮਿੱਟੀ ਦੇ ਵਿੱਚ ਮਿਲਣਾ ਹੈ। ਸਰੀਰ 5 ਤੱਤਾਂ ਤੋਂ ਬਣਿਆ, 5 ਤੱਤਾਂ 'ਚ ਇੱਕ ਦਿਨ ਲੀਨ ਹੋ ਜਾਣਾ। ਉਦਕ ਸਮੁੰਦ ਸਲਲ ਕੀ ਸਾਖਿਆ, ਨਦੀ ਤਰੰਗ ਸਮਾਵੇ, ਤਰੰਗਾਂ ਨਦੀ 'ਚ ਮਿਲ ਗਈਆਂ, ਤਰੰਗਾਂ ਨਦੀ 'ਚ ਮਿਲ ਗਈਆਂ, ਮਿੱਟੀ ਮਿੱਟੀ 'ਚ ਮਿਲ ਗਈ, ਸਵਾਸ ਹਵਾ 'ਚ ਮਿਲ ਗਏ। ਉਹ ਫਿਰ ਉੱਥੇ ਹੀ ਬੰਦਾ ਚਲਾ ਜਾਂਦਾ ਜਿੱਥੋਂ ਪੈਦਾ ਹੋਇਆ ਹੈ। ਲੀਨ ਤਾਹੇ ਮੈਂ ਮਾਨ, ਉਹਦੇ ਵਿੱਚ ਹੀ ਇਹ ਮਿਲ ਜਾਂਦਾ। ਮਾਟੀ ਮਾਟੀ ਹੋਈ ਏਕ ਰੋਵਣ ਹਾਰੇ ਕੀ ਕਵਨ ਟੇਕ। ਕਹਿੰਦੇ ਰੋਣ ਵਾਲਾ ਵੱਖਰੀ ਗੱਲ ਰੋਂਦਾ ਹੈ। ਕੁਝ ਸਮਾਂ ਵਾਸਤੇ ਸੂਰਜ ਹੈ, ਕਿਰਨਾਂ ਆਉਂਦੀਆਂ, ਕਿਰਨ ਲੱਗਦੀ ਅਲੱਗ ਹੈ ਸੂਰਜ ਦੇ ਵਿੱਚੋਂ ਹੈ, ਉਹ ਸ਼ਾਮ ਨੂੰ ਫਿਰ ਸੂਰਜ ਵਿੱਚ ਮਿਲ ਜਾਂਦੀਆਂ। ਮਿੱਟੀ ਦਾ ਬਣਿਆ ਸਰੀਰ ਮਿੱਟੀ 'ਚ, ਆਤਮਾ ਅੱਡ ਰਹੀ ਹੈ ਹੁਣ ਰੱਬ ਨੂੰ ਸਰੀਰ 'ਚ ਹੈ ਨਾ। ਫਿਰ ਜਿੱਦਣ ਵਾਹਿਗੁਰੂ ਬਖਸ਼ਿਸ਼ ਕਰੇਗਾ, ਫਿਰ ਆਤਮਾ ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਣੀ ਸੰਗ। ਪਾਣੀ ਇਹ ਤੇ ਭਾਵੇਂ ਸਰੀਰ ਦੇ ਅਰਥ ਨਾਲੋਂ ਭਾਵੇਂ ਆਤਮਾ ਦਾ ਨਾਲੋਂ ਅਰਥ ਇੱਕ ਹੀ ਹੈ। ਪਾਣੀ ਇੱਕ ਦਿਨ ਪਾਣੀ 'ਚ ਹੀ ਮਿਲਦਾ ਹੈ। ਪਾਣੀ ਨੂੰ ਅੱਗ ਤੇ ਰੱਖੋ, ਭਾਫ ਬਣ ਕੇ ਉਹ ਫਿਰ ਉੱਡ ਜਾਂਦਾ, ਉੱਡਦਾ, ਉਹ ਖਤਮ ਨਹੀਂ ਹੁੰਦਾ। ਪਾਣੀ ਉੱਡ ਜਾਂਦਾ, ਫਿਰ ਉਹ ਪਾਣੀ 'ਚ ਜਾ ਕੇ ਮਿਕਸ ਹੋ ਜਾਂਦਾ। ਇਸ ਤਰ੍ਹਾਂ ਹੀ ਸਾਡਾ ਸਰੀਰ ਜਿੱਥੋਂ ਉਪਜਿਆ ਭਾਈ, ਉਹਨੇ ਉਹਦੇ ਵਿੱਚ ਇੱਕ ਦਿਨ ਲੀਨ ਹੋ ਜਾਣਾ ਹੈ। ਘਟ ਘਟ ਮੈਂ ਹਰ ਜੂ ਬਸੈ, ਸੰਤਨ ਕਹੇ ਪੁਕਾਰ। ਮਹਾਰਾਜ ਕਹਿੰਦੇ ਬੰਦਿਆ ਹੁਣ ਇਹ ਗੱਲ ਸਮਝ ਲਾ ਵੀ ਘਟ ਘਟ ਦੇ ਅੰਦਰ ਹਰ ਜੂ ਬਸੈ, ਰੱਬ ਵਸਦਾ। ਘਟ ਹਿਰਦੇ ਨੂੰ ਕਹਿੰਦੇ ਆ ਜੀ, ਸਰੀਰ ਇਹਦਾ ਅਰਥ ਕਰ ਸਕਦੇ ਆ ਇਹ। ਹਰੇਕ ਸਰੀਰ 'ਚ ਰੱਬ ਰਹਿੰਦਾ ਹੈ। ਦੱਸਿਆ ਕਿਹਨਾਂ ਨੇ? ਜਿਨ੍ਹਾਂ ਨੇ ਵੇਖਿਆ। ਸੰਤਨ ਕਹਿਓ ਪੁਕਾਰ, ਸੰਤਾਂ ਨੇ ਪੁਕਾਰ ਪੁਕਾਰ ਕੇ ਕਿਹਾ। ਇੱਕ ਹੋਰ ਅਸੀਂ ਸ਼ਬਦ ਪੜ੍ਹਦੇ ਹਾਂ, ਸਭੇ ਘਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ। ਸਾਰੇ ਸਰੀਰਾਂ 'ਚ ਰੱਬ ਬੋਲਦਾ ਹੈ। ਕਿ ਰੱਬ ਤੋਂ ਬਗੈਰ ਕੋਈ ਬੋਲ ਸਕਦਾ ਹੈ? ਨਹੀਂ। ਰਾਮ ਦਾ ਅਰਥ ਰੱਬਿਆ ਹੋਇਆ ਪ੍ਰਮਾਤਮਾ। ਉਹ ਪ੍ਰਮਾਤਮਾ ਦੀ ਜੋਤ ਸਾਰਿਆਂ ਦੇ ਅੰਦਰ ਹੈ। ਪ੍ਰਗਟ ਸਾਰਿਆਂ ਚੋਂ ਨਹੀਂ ਹੁੰਦੀ। ਜੇ ਜਿਵੇਂ ਮੰਨ ਲਓ ਸੂਰਜ ਹੈ, ਸੂਰਜ ਨਿਕਲਿਆ, ਸੂਰਜ ਦੀਆਂ ਕਿਰਨਾਂ ਜਿਹੜੀਆਂ ਧਰਤੀ 'ਚੋਂ ਪ੍ਰਗਟ ਨਹੀਂ ਹੋਣਗੀਆਂ। ਕਦੇ ਤੁਸੀਂ ਵੇਖਿਆ ਵੀ ਸੂਰਜ ਦੀਆਂ ਕਿਰਨਾਂ ਧਰਤੀ ਤੇ ਪੈਂਦੀਆਂ ਨੇ ਤੇ ਧਰਤੀ ਤੋਂ ਫਿਰ ਉਹ ਕਿਰਨਾਂ ਉਪਜਦੀਆਂ ਵਾਪਸ? ਨਹੀਂ। ਸੂਰਜ ਦੀਆਂ ਕਿਰਨਾਂ ਕਿਸੇ ਦਰਖਤ ਤੇ ਵੱਜ ਕੇ ਨਹੀਂ ਤੁਹਾਨੂੰ ਦਿਸਣਗੀਆਂ ਨੇ ਵੀ ਦਰਖਤ ਦੇ ਵਿੱਚੋਂ ਦਾ। ਹਾਂ, ਸੂਰਜ ਦੀਆਂ ਕਿਰਨਾਂ ਦੋ ਚੀਜ਼ਾਂ 'ਚੋਂ ਦਿਸਦੀਆਂ। ਉਹ ਦੋ ਚੀਜ਼ਾਂ ਨੇ, ਇੱਕ ਦਰਪਣ ਸ਼ੀਸ਼ਾ, ਇੱਕ ਪਾਣੀ। ਤੁਸੀਂ ਕਿਤੇ ਵੇਖਿਓ ਸੂਰਜ ਤੁਹਾਨੂੰ ਸ਼ੀਸ਼ੇ ਤੋਂ ਤੇ ਸ਼ੀਸ਼ੇ ਤੋਂ ਪਾਣੀ 'ਚੋਂ ਨਜ਼ਰ ਆਏਗਾ, ਹੋਰ ਕਿਸੇ ਧਰਤੀ 'ਚੋਂ ਨਜ਼ਰ ਨਹੀਂ ਆਏਗਾ। ਕਦੇ ਤੁਸੀਂ ਵੇਖਿਆ ਵੀ ਧਰਤੀ ਦੇ ਵਿੱਚੋਂ ਤੁਸੀਂ ਕਾਸ਼ ਵਾਲੇ ਸੂਰਜ ਨੂੰ ਵੇਖ ਸਕੋ? ਨਹੀਂ ਦਿਸੇਗਾ। ਦਰਖਤਾਂ 'ਚੋਂ ਨੇ, ਬਹੁਤੀਆਂ ਚੀਜ਼ਾਂ ਜਿਨ੍ਹਾਂ 'ਚੋਂ ਤੁਹਾਨੂੰ ਸੂਰਜ ਨਹੀਂ ਨਜ਼ਰ ਆਏਗਾ, ਸਿਰਫ ਦੋ ਚੀਜ਼ਾਂ 'ਚੋਂ ਨਜ਼ਰ ਆਏਗਾ। ਉਹ ਇੱਕ ਦਰਪਣ ਤੇ ਇੱਕ ਪਾਣੀ। ਪਤਾ ਉਹਨਾਂ 'ਚੋਂ ਕਿਉਂ ਉਹਨਾਂ 'ਚੋਂ ਕਿਉਂ ਉਹ ਪ੍ਰਗਟ ਹੁੰਦਾ ਹੈ, ਦਿਸਦਾ? ਉਹ ਨਿਰਮਲ ਨੇ ਦੋਵੇਂ ਚੀਜ਼ਾਂ, ਪਾਣੀ ਤੇ ਸ਼ੀਸ਼ਾ। ਰੱਬ ਸਾਰਿਆਂ 'ਚ ਪ੍ਰਗਟ ਉਹਨਾਂ ਦੇ ਅੰਦਰ ਹੁੰਦਾ ਜਿਨ੍ਹਾਂ ਦੇ ਹਿਰਦੇ ਨਿਰਮਲ ਹੋ ਗਏ ਆ, ਜਿਹੜੇ ਸੰਤ ਬਣ ਗਏ ਆ। ਨਹੀਂ ਤਾਂ ਸਾਰਿਆਂ 'ਚੋਂ ਤੁਹਾਨੂੰ ਰੱਬ ਨਹੀਂ ਨਜ਼ਰ ਆਏਗਾ। ਰੱਬ ਨਜ਼ਰ ਆਏਗਾ ਜਿਹਦੇ ਅੰਦਰ ਦਇਆ। ਸਾਰੇ ਤੁਹਾਨੂੰ ਇੱਥੇ ਤੇ ਰਾਵਣ ਵਰਗੇ ਵੀ ਮਿਲਣਗੇ, ਰੱਬ ਕਿਤੇ ਫਿਰ ਉਹਨਾਂ ਦੇ ਅੰਦਰ, ਉਹਨਾਂ 'ਚ ਤੇ ਰਾਵਣ ਵੀ ਦਿਸੇਗਾ ਤੁਹਾਨੂੰ। ਉਹ ਨਿਰਮਲ ਨਹੀਂ ਹੈ। ਪਾਣੀ ਵਰਗਾ ਕੋਈ ਨਿਰਮਲ ਹੋਏਗਾ ਫਿਰ ਗੱਲ ਬਣਨੀ ਹੈ, ਫਿਰ ਰੱਬ ਪ੍ਰਗਟ ਹੋਏਗਾ ਵਿੱਚੋਂ। ਜਿਹੜੇ ਸੰਤ ਨੇ ਉਹ ਨਿਰਮਲ ਹਿਰਦੇ ਵਾਲੇ ਹੋ ਜਾਂਦੇ ਨੇ, ਫਿਰ ਉਹਨਾਂ 'ਚੋਂ ਰੱਬ ਪ੍ਰਗਟ ਹੁੰਦਾ ਹੈ। ਉਹਨਾਂ ਦੇ ਵਿੱਚੋਂ ਰੱਬ ਦੇ। ਪਾਣੀ 'ਚੋਂ ਕੀ ਦਿਸਿਆ? ਸੂਰਜ। ਸੂਰਜ ਤੇ ਹੈ, ਤੇ ਜਿਹੜਾ ਬੰਦਾ ਅੰਦਰੋਂ ਨਿਰਮਲ ਹੋ ਜਾਂਦਾ ਉਹਦੇ 'ਚੋਂ ਤੁਹਾਨੂੰ ਰੱਬ ਦੇ ਦਰਸ਼ਨ ਹੋਣਗੇ। ਘਟ ਘਟ ਮੈਂ ਹਰ ਜੂ ਬਸ ਹੈ, ਘਟ ਘਟ ਦੇ ਅੰਦਰ ਹੀ ਹੈ, ਪਰ ਸਾਰਿਆਂ 'ਚੋਂ ਪ੍ਰਗਟ ਨਹੀਂ ਹੁੰਦਾ। ਧਰਤੀ 'ਚੋਂ, ਦਰਖਤਾਂ 'ਚੋਂ ਕਿੱਥੇ ਪ੍ਰਗਟ ਹੁੰਦਾ ਸੂਰਜ? ਉਹ ਨਿਰਮਲ 'ਚੋਂ, ਪਾਣੀ 'ਚੋਂ ਪ੍ਰਗਟ ਹੁੰਦਾ ਹੈ। ਰੱਬ ਸਾਰਿਆਂ ਦੇ ਅੰਦਰ ਦਿਸੇਗਾ ਤੁਹਾਨੂੰ ਕਿਸੇ ਨਿਰਮਲ ਹਿਰਦੇ ਦੇ ਅੰਦਰੋਂ ਹੀ। ਦੂਸਰੇ ਤੇ ਵੈਸੇ ਹੀ ਰੱਬ ਦੇ ਦੁਸ਼ਮਣ ਬਣੇ ਬੈਠੇ ਆ। ਰੱਬ ਹੈ ਸਾਰਿਆਂ ਦੇ ਅੰਦਰ ਹੀ ਹੈ।
और जो कुछ बोलते ना राम बोले ही है, सब घट राम बोले, रामा बोले, राम बिना को बोले। राम तो बगैर कोई बोल सकता दसो जी? रब की सत्या तो बगैर कोई जिउ सकता दसो जी? पर रब नज़र सानू सारियां चों नहीं आएगा। है रब सारियां दे अंदर है, कई चीज़ों चों नहीं प्रगट होता। महाराज ने इत्थे कहा भी संतां ने रब दे दर्शन किए सारियां दे अंदरों, तो वो संतां ने फिर लिख के दिता, कहे वो पुकार, उन्होंने पुकार पुकार के कहा होर रब नूं ना लभदे फिरियो। पंक्तियां फिर मेनू पढ़नियां पैणियां। एहो विस संसार तुम देखदे, एहो हर का रूप है, सबे घट राम बोले, एहो ही हर दा रूप है। मर्ज कहते है वो कीड़ी तो लैके हाथी तक रहे, कला भी वो नफसी ना समझ ली मनुखा के अंदर ही है। वो सारिया के अंदर एकल माटी कुंचर चीटी भाजन है, मोह नाना रे, वो सारिया के अंदर है। कीड़ी तो हाथी तक प्रगट नहीं होएगा। जिस दिन प्रगट हो गया भगतां के जीवन च आउंदा ना, कूकर प्रसादा छकण आया तो भगत जी बैठे सन, तो कूकर ने प्रसादा उतना ही चुक लिया खुशक ही। वो कई बीबियां ना प्रसादे लाउंदियां चंगेर च, तो फिर बाद च चोपड़ के उन्होंने तह ला के रख दिया। वो कूकर आया तो उन्हें प्रसादा चुक लिया, भगत जी पिछे भजे, सब्जी हथ च फड़ के तो घ्यो हथ च फड़े, कहते वो भलिया इनू वो चोपड़िया तो है ही नहीं सी, रूखा ही खाएगा सब्जी। हुण असी साडे घर कूकर आ जाए प्रसादा छकदे, तुसीं की करोगे? मारोगे, भजाओ बच्चों को, भजाओ इनू इत्थे किवें बैठा है? तो भगत जी कहते रब आ गया मेरे घरे। उन्होंने दिसिया रब, सानू दिखदा नहीं है। दास ने बहुत बारी इस विषय पर बेनती की, पहला सानू सारिਆਂ ਤੋਂ ਪਹਿਲਾਂ रब नजर आना अपनी मां च, बाप च, बच्चों च, परिवार च, फिर गवांढी भी मेरे रब रूप है, ये पिंड भी रब रूप है, फिर सारिਆਂ चों घट घट नहर जू बसे वाली बिरती फिर बननी है कि मां चों रब वेख। मां चों वेखण तो पहला पहला अपने आप चों वेखना पएगा। पहला दिसेगा अपने आप चों मेरे अंदर रब है। जो ब्रह्मंडे सोई पिंडे जो खोजै सो, पहला अपने आप चों बंदा वेखदा, फिर वो माँ प्यो चों वेखेगा, परिवार चों, फिर कहेगा सारा संसार। एक ना पिंड दे विचों कोई शरीर उठे तो उन्होंने अगले पिंड जाना है, वो बाहर बंदे बैठे तो वो गड्डियां दे समान लद्या, तो उन्होंने जाके पूछ लिया, कहते जी आप पिंड किहो जिहा, लोग किहो जिहे है? वो कहता भी तुसी जिथों आए हो, कितों किहड़े पिंड उठ के आए हो? उन्हें दसिया, कहता उत्थे लोग किहो जिहे रहिंदे सन, उत्थे लोग कहता जी उत्थे ते बहुत माड़े लोग सन, मैं तो शुगर होया पिंड छड्ड के आया, बड़े नास्तिक लोग, कोई ਚੱਜ ਦਾ ਬੰਦਾ नहीं उत्थे। वो बजुर्गों को जो उन्हें पूछा भी तुहाडे पिंड हुण रहण आया, उन्होंने पूछ लिया तुहाडा पिंड किहो जिहा जिहनूं छड्ड, कहता बड़े माड़े लोग तां ते छड्ड के आया पिंड। वो सियाणा बजुर्ग बैठा जो कहता तुहाडे पिंड नालों भी जिन्ने तू बंदे माड़े दस रहे ना, जिथों तू उठ के आया, उस नालों वध भैड़े बंदे ने इस पिंड के अंदर, फिर तू होर किते जा, इत्थे नहीं है कोई चंगा नहीं है इत्थे। चलो जी, वो कहता शुक्र है इन्हूं पुछ लिया, सियाणा बंदा है, नहीं तो मैं तो इत्थे एवें बस जाना। उन्होंने वो 10 मिनट बाद एक होर गड्डे ते समान लद के आ गए, तो उन्होंने भी इसे बजुर्ग नूं आण के पुछ लिया, कहन लगे बजुर्गा पिछला पिंड छड्ड के आए हैं, हुण नवें पिंड च वसना है, आ जिहड़ा सामने पिंड लगदा तुसीं इत्थों दे हो, दसो किहो जिहे ने बंदे? वो बजुर्ग ने उन्होंने भी पुछ लिया, कहता जिथों आए हो वो पिंड किहो जिहा है? कहता जी वो तो बड़े भगत लोग सन, मैनूं तो मजबूरी बन गई भी वो पिंड छड्डना पिया, बड़े चंगे लोग सन, बहुत वधिया इंसान आ, वो मेरी मजबूरी बन गई, मैं छड्डना नहीं सी चाहुंदा पिंड, पर मैनूं छड्डना पिया। तो तुसीं इस पिंड बारे कहंदा जी तुहाडे पिंड नालों भी इत्थे चंगे लोग रहिंदे, उन्हां नालों बहुत, तुहाडे ते नहीं इन्ने चंगे होणगे इत्थे ते बहुत। वो कहता ठीक है, शुक्र है भी चंगा। वो पिछे एक नौजवान बैठा, कहता बापू जी झूठ नहीं सी बोलना चाहिए, इसे पिंड बारे पहले नूं तुसीं कहा भी बड़े बुरे लोग, इहनूं कहंदे तुसीं इत्थे संत ही रहिंदे आ। वो बजुर्ग ने बड़े प्यारे बोल के कहते, वो पहला इंसान आप ही चंगा नहीं सी, उन्होंने सारा पिंड ही माड़ा लगा भी सारा पिंड ही माड़ा, वो आप नहीं सी चंगा। हम नहीं चंगे, बुरा नहीं कोई। असल दे विच ना जो सानू सारे बुरे लगन लग पैंदे, गल असल च ये हुंदी असीं नहीं जे चंगे हुंदे अंदरों।
ਜੇ ਅਸੀਂ ਚੰਗੇ ਹੋ ਗਏ ਫਿਰ ਤੇ ਬੁਰਾ ਦਿਸਣਾ ਹੀ ਕੋਈ ਨਹੀਂ ਹੈ ਸੰਸਾਰ। ਨਾ ਕੋ ਬੈਰੀ ਨਹੀਂ ਬਗਾਨਾ, ਜਦੋਂ ਬਗਾਨਾ ਹੀ ਕੋਈ ਨਹੀਂ ਹੋਏਗਾ ਫਿਰ ਦੁਸ਼ਮਣ ਵੀ ਸਾਡਾ ਕੋਈ ਨਹੀਂ ਹੋਏਗਾ, ਫਿਰ ਤੇ ਵੈਰੀ ਵੀ ਨਹੀਂ ਹੈ ਨਾ। ਜਦੋਂ ਬਗਾਨਾ ਹੀ ਨਹੀਂ, ਕੱਲ ਵੀ ਦਾਸ ਨੇ ਬੇਨਤੀ ਕੀਤੀ, ਜਦੋਂ ਏਕ ਪਿਤਾ ਏਕ ਸਕੇ ਹਮ ਬਾਰਕ ਵਾਲੀ ਬਿਰਤੀ ਆ ਗਈ ਨਾ, ਫਿਰ ਨਾ ਕੋ ਬੈਰੀ ਨਹੀਂ ਬਗਾਨਾ, ਸਗਲ ਸੰਗ ਹਮ ਕੋ ਬਣ। ਸਾਰਿਆਂ ਦੇ ਸੰਗ, ਇਹ ਨਹੀਂ ਉਹ ਫਲਾਣੇ ਦੂ ਧਰਮ ਵਾਲਾ, ਉਹ ਇਸਲਾਮ ਧਰਮ ਵਾਲਾ, ਉਹ ਤੇ ਜੈਨੀ, ਉਹ ਤੇ ਬੋਧੀ ਹੈ, ਫਿਰ ਤੇ ਸਾਰਿਆਂ ਨੂੰ ਵਕੜੀ ਚ ਲੈਂਦਾ ਬੰਦਾ। ਕਹਿੰਦਾ ਮੇਰੇ ਹੀ ਹੈ, ਸਾਡਾ ਸਿਧਾਂਤ ਹੀ ਹੈ। ਮਹਾਰਾਜ ਕਹਿੰਦੇ ਜੋ ਸ਼ਰਨ ਆਵੇ ਤਿਸ ਕੰਠ ਲਾਵੇ। ਇਹ ਬਿਰਧ ਸੁਭਾਮੀ ਸੰਦਾ ਮਹਾਰਾਜ ਨੇ ਹਰਿਮੰਦਰ ਸਾਹਿਬ ਬਣਾਇਆ, ਸਿੱਖਾਂ ਵਾਸਤੇ ਨਹੀਂ ਬਣਾਇਆ, ਇੱਕ ਦਰਵਾਜ਼ਾ ਨਹੀਂ ਰੱਖਿਆ, 4 ਦਰਵਾਜ਼ੇ ਰੱਖੇ। ਕਹਿੰਦੇ ਜੋ ਸ਼ਰਨ ਆਏਗਾ ਗੁਰੂ ਰਾਮਦਾਸ ਜੀ ਗੱਲ ਨਾ ਲਾਉਣਗੇ ਉਹਨੂੰ। ਖੱਤਰੀ ਬ੍ਰਾਹਮਣ ਸੂਦ ਵੈਸ਼ ਉਪਦੇਸ਼ ਚੌਹ ਵਰਨਾ ਕੋ ਸਾਂਝਾ। ਦੂਰ ਦਰੇਜੀ ਗੁਰੂ ਸਾਹਿਬ ਵਾਸਤੇ ਹੁਣ ਕੋਈ ਵੈਰੀ ਦੁਸ਼ਮਣ ਨਹੀਂ ਹੈ। ਪ੍ਰਬੰਧਕਾਂ ਨੇ ਅੱਜ ਮਾਫ ਕਰਨਾ। ਇੱਕ ਗੁਰਦੁਆਰੇ ਦੀ ਪਿੱਛੇ ਵੀਡੀਓ ਵਾਇਰਲ, ਕਹਿੰਦੇ ਉਹਨਾਂ ਨੇ ਬਰਤਨ ਅਲੱਗ-ਅਲੱਗ ਰੱਖੇ, ਕਹਿੰਦੇ ਇਸ ਲੰਗਰ ਚਾਹ ਜਾਣੇ ਪ੍ਰਸ਼ਾਦਾ ਛਕਣਗੇ, ਇਸ ਚਾਹ ਜਾਣੇ। ਅਸੀਂ ਤੇ ਲੰਗਰ ਵੰਡ ਸਕਦੇ ਹਾਂ, ਬਾਬੇ ਨਾਨਕ ਨੇ ਕਦੇ ਲੰਗਰ ਵੰਡਣ ਵਾਸਤੇ ਨਹੀਂ ਸਾਨੂੰ ਕਿਹਾ। ਪਹਾੜੀਏ ਕਹਿੰਦੇ ਜੀ ਅਸੀਂ ਅੰਮ੍ਰਿਤ ਛਕ ਲੈਂਦੇ ਹਾਂ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ, ਕਹਿੰਦੇ ਬਾਟਾ ਸਾਡੇ ਵਾਸਤੇ ਅਲੱਗ ਤਿਆਰ ਕਰ ਲਓ, ਅੰਮ੍ਰਿਤ ਛਕ ਲੈਂਦੇ। ਮਹਾਰਾਜ ਨੇ ਕਿਹਾ ਅੰਮ੍ਰਿਤ ਛਕੋ, ਕਹਿੰਦੇ ਜੀ ਛਕ ਲੈਂਦੇ ਬਾਟਾ ਤਿਆਰ। ਮਹਾਰਾਜ ਕਹਿੰਦੇ ਬਸ ਆਹੀ ਤੇ ਰੌਲਾ ਹੈ, ਇਸੇ ਕਰਕੇ ਤੇ ਅੰਮ੍ਰਿਤ ਛਕਾਉਣਾ ਇੱਕ ਬਾਟੇ ਕਰਕੇ। ਜੇ ਅਸੀਂ ਅੱਜ ਅੰਮ੍ਰਿਤ ਵਾਸਤੇ ਬਾਟਾ ਅਲੱਗ-ਅਲੱਗ ਕਰ ਲਿਆ ਨਾ, ਤੇ ਫਿਰ ਅੰਮ੍ਰਿਤ ਦਾ ਵੀ ਮਤਲਬ ਕੋਈ ਨਹੀਂ ਰਹਿ ਜਾਣਾ, ਫਿਰ ਤੇ ਅੰਮ੍ਰਿਤ ਦਾ ਵੀ ਕੋਈ ਮਤਲਬ ਨਾ ਰਿਹਾ। ਛਕੋ ਚਾਹੇ ਨਾ ਛਕੋ, ਬਾਟੇ 2 ਨਹੀਂ ਹੋਣੇ। ਅੱਜ ਗੁਰੂ ਘਰਾਂ 'ਚ ਲੰਗਰ 2-2 ਬਣਾ ਦਿੱਤੇ। ਇੱਥੇ ਆਹ ਬਰਤਨ ਵੀ ਅਲੱਗ-ਅਲੱਗ, ਆਹ ਫਲਾਣੇ ਦੇ ਬਰਤਨ ਨੇ ਲਿਖਿਆ ਹੋਇਆ ਉੱਥੇ ਵਿਖਾਉਂਦੇ, ਆਹ ਫਲਾਣੇ ਇੱਥੋਂ ਬਰਤਨ ਫਲਾਣਾ ਚੱਕੇ। ਅਸੀਂ ਵੱਡੀਆਂ ਪਾ ਸਕਦੇ ਹਾਂ। ਕੱਲ ਦਾਸ ਨੇ ਪੰਕਤੀਆਂ ਪੜ੍ਹੀਆਂ, ਸ਼ਬਦ ਉਹੀ ਹੈ, ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ। ਕੁਦਰਤ ਦੇ ਬੰਦੇ, ਰੱਬ ਦੇ ਬਣਾਏ ਬੰਦੇ ਹੈ। ਜਿਹੜਾ ਬੰਦਾ ਬੰਦੇ ਨਾਲ ਨਫ਼ਰਤ ਕਰਦਾ ਹੈ ਨਾ, ਉਹ ਗੁਰੂ ਤੇ ਰੱਬ ਦੀ ਖੁਸ਼ੀ ਨਹੀਂ ਜੇ ਕਦੇ ਪ੍ਰਾਪਤ ਕਰ ਸਕਦਾ। ਇਹ ਗੱਲ ਆਪਣੇ ਚੇਨ 'ਚ ਸਾਨੂੰ ਰੱਖ ਲੈਣੀ ਚਾਹੀਦੀ ਹੈ। ਉਹ ਬੰਦਾ ਰੱਬ ਨਾਲ ਵੀ ਨਫ਼ਰਤ ਕਰਦਾ ਹੈ, ਜਿਹੜਾ ਕਿਸੇ ਨਾਲ ਘਿਰਨਾ ਕਰਦਾ ਹੈ, ਰੱਬ ਨਾਲ ਨਫ਼ਰਤ, ਉਹ ਕਿਸੇ ਦਾ, ਉਹ ਗੁਰੂ ਤੇ ਰੱਬ ਦੀ ਖੁਸ਼ੀ ਦਾ ਪਾਤਰ ਨਹੀਂ ਬਣ ਸਕਦਾ। ਉਹ ਮਹਾਰਾਜ ਨੇ ਕਿਹਾ ਸਾਰਿਆਂ 'ਚ ਰੱਬ ਵਸਦਾ ਹੈ। ਸੰਤ ਨੇ ਕਹਿਓ ਪੁਕਾਰ ਕੇ ਉਹਨਾਂ ਨੇ ਕਿਹਾ, ਜਿਨ੍ਹਾਂ ਨੇ, ਉਹ ਨੌਜਵਾਨ ਕਹਿੰਦਾ ਜੀ ਪਹਿਲਿਆਂ ਨੂੰ ਤੁਸੀਂ ਕਿਹਾ ਵੀ ਇਹ ਬੁਰੇ ਬੰਦੇ ਨੇ, ਉਹ ਕਹਿੰਦੇ ਆਪ ਬੁਰਾ ਸੀ, ਇੱਥੇ ਵੀ ਰਹਿ ਜਾਂਦਾ ਨਾ, ਉਹਨੂੰ ਤੇ ਸਵਰਗ 'ਚ ਵੀ ਘੱਲ ਦਿਓ, ਉਹਨੇ ਉੱਥੇ ਵੀ ਨਰਕ ਬਣਾ ਦੇਣੇ, ਕਿਉਂਕਿ ਆਪ ਚੰਗਾ ਨਹੀਂ। ਆਹ ਬੰਦਾ ਚੰਗਾ, ਕਹਿੰਦਾ ਭਲੇ ਪਿੰਡ ਨੂੰ ਆਇਆ, ਇਹ ਇੱਥੇ ਮਾੜੇ ਵੀ ਹੋਣਗੇ, ਉਹਨਾਂ ਚਾਣ ਕੇ ਰਹੇਗਾ ਨਾ, ਤੇ ਇਹਨੇ ਚੰਗੇ ਬਣਾ ਲੈਣਾ ਸਾਰਿਆਂ ਨੂੰ। ਗੁਰੂ ਨਾਨਕ ਸਾਹਿਬ ਨੇ ਇਹ ਤੇ ਕਿਹਾ ਸੀ, ਜਿਨ੍ਹਾਂ ਨੇ ਸੇਵਾ ਨਹੀਂ ਕੀਤੀ, ਮਹਾਰਾਜ ਨੂੰ ਕਹਿੰਦੇ ਨੇ ਤੁਸੀਂ ਚੋਰ ਹੋ ਸਕਦੇ ਹੋ। ਗੁਰੂ ਨਾਨਕ ਸਾਹਿਬ ਨੂੰ, ਭਾਈ ਮਰਦਾਨਾ ਜੀ ਨੂੰ ਕਹਿੰਦੇ ਅਸੀਂ ਨਹੀਂ ਤੁਹਾਨੂੰ ਰੱਖਣਾ, ਤੇ ਮਹਾਰਾਜ ਨੇ ਕਿਹਾ ਸੀ ਇੱਥੇ ਹੀ ਵਸਦੇ ਰਹੋ। ਅਗਲੇ ਪਿੰਡ ਗਏ, ਉਹਨਾਂ ਨੇ ਬੜੀ ਸੇਵਾ ਕੀਤੀ, ਗਰੀਬ ਸਨ, ਮੁੱਠੀ ਚਾਪੀ ਕੀਤੀ ਸਾਰੀ ਰਾਤ, ਜੋ ਘਰੇ ਸੀ ਛਕਾਇਆ। ਮਹਾਰਾਜ ਕਹਿੰਦੇ ਤੁਸੀਂ ਉਜੜ ਜੋ, ਭਾਈ ਮਰਦਾਨੇ ਨੂੰ ਸਮਝ ਕੋਈ ਨਹੀਂ ਆਏ। ਕਹਿੰਦੇ ਮਹਾਰਾਜ ਜਿਨ੍ਹਾਂ ਨੇ ਸਾਨੂੰ ਚੋਰ ਕਿਹਾ, ਜਿਨ੍ਹਾਂ ਨੇ ਕੋਈ ਛਕਾਇਆ ਪਿਆਇਆ ਨਹੀਂ, ਸਾਨੂੰ ਅੱਧੀ ਰਾਤ ਹਨੇਰੇ 'ਚ ਘਰੋਂ ਪਿੰਡੋਂ ਧੱਕੇ ਮਾਰ ਕੇ ਕੱਢ ਦਿੱਤਾ, ਉਹਨਾਂ ਨੂੰ ਕਿਹਾ ਤੁਸੀਂ ਇੱਥੇ ਵਸਦੇ ਰਹੋ। ਤੇ ਮਹਾਰਾਜ ਇਹਨਾਂ ਨੂੰ ਕਿਹਾ ਤੁਸੀਂ ਉਜੜ ਜੋ। ਮਹਾਰਾਜ ਕਹਿੰਦੇ ਮਰਦਾਨਿਆਂ ਵਸਣ ਉਜੜਨ ਜੋ ਤੂੰ ਸੋਚੀ ਬੈਠਾ ਸੀ, ਉਸ ਤਰੀਕੇ ਨਾਲ ਸ਼ਬਦ ਨਹੀਂ ਗਏ। ਉਹਨਾਂ ਨੂੰ ਕਿਹਾ ਸੀ ਇੱਥੇ ਹੀ ਵਸਦੇ ਰਹੋ, ਵੀ ਇੱਥੇ ਹੀ ਰਹੋ, ਤੁਹਾਡੇ ਵਰਗੇ ਨਾਸਤਿਕ ਬੰਦੇ ਸੰਸਾਰ 'ਚ ਨਹੀਂ ਹੋਣੇ ਚਾਹੀਦੇ, ਇੱਥੇ ਹੀ ਵਸੋ ਤੁਸੀਂ। ਤੇ ਇਹਨਾਂ ਨੂੰ ਕਿਹਾ ਉਜੜ ਜੋ, ਭਲੇ ਮਨੁੱਖ ਨੇ, ਇੱਕ ਘਰ ਜਿੱਥੇ ਬੈਠੇ ਕਰਨ ਤੇ ਪਿੰਡ ਬੰਨ ਲੈਣੇ, ਬੜੇ ਮਿਲ ਵਰਤਣ ਵਾਲੇ ਬੰਦੇ ਐ। ਸੰਤੂਆਂ ਸਾਧੂਆਂ ਦੀ, ਸੰਤਾਂ ਦੀ, ਭਲੇ ਪੁਰਖਾਂ ਦੀ ਸੇਵਾ, ਸਾਡੀ ਕਿੰਨੀ ਸੇਵਾ ਕੀਤੀ। ਜਿੱਥੇ ਇੱਕ ਪਰਿਵਾਰ ਰਹਿ ਗਿਆ, ਇਹਨਾਂ ਨੇ ਤੇ ਪਿੰਡ ਬੰਨ ਕੇ ਬੈਠ ਜਾਣਾ ਉੱਥੇ। ਭਲੇ ਮਨੁੱਖ ਹੀ ਸੰਸਾਰ 'ਚ ਹੋਣੇ ਚਾਹੀਦੇ, ਬੁਰਾਈ ਤੇ ਖਤਮ ਕੀਤੀ ਗੁਰੂ ਸਾਹਿਬ ਨੇ। ਮਹਾਰਾਜ ਕਹਿੰਦੇ ਘਟ ਘਟ ਮੈਂ ਹਰ ਜੂ ਬਸੈ, ਸੰਤਨ ਕਹਿਓ ਪੁਕਾਰ। ਬਿਰਤੀ ਦੀ ਗੱਲ ਹੈ। ਭਾਈ ਨੰਦ ਲਾਲ ਦੀ ਗੱਲ ਦਾਸ ਨੇ ਕਈ ਵਾਰੀ ਕੀਤੀ ਵੀ ਉਹ ਮਹਾਰਾਜ ਨੂੰ ਪ੍ਰਸ਼ਾਦਾ ਛਕਾਉਣ ਦੀ ਸੇਵਾ ਕਰਦੇ ਰਹੇ, 10ਵੇਂ ਪਾਤਸ਼ਾਹ ਜੀ ਨੂੰ, ਹਜ਼ੂਰੀ 'ਚ ਰਹਿੰਦੇ ਹਨ। ਤੇ ਭਾਈ ਨੰਦ ਲਾਲ ਦੇ ਮਨ 'ਚ, ਚਲੋ ਇਹ ਕਿਸੇ ਦੀ ਭਾਵਨਾ ਹੋ ਸਕਦੀ ਹੈ, ਇੱਥੇ ਤਰਕ ਕੋਈ ਨਹੀਂ ਹੈ। ਭਾਈ ਨੰਦ ਲਾਲ ਸਿੰਘ ਦੀ ਇੱਛਾ ਬਣਦੀ ਸੀ ਵੀ ਮਹਾਰਾਜ ਪ੍ਰਸ਼ਾਦਾ ਛਕਦੇ ਨੇ, ਥਾਲਾ ਸਾਫ਼ ਕਰ ਦਿੰਦੇ ਸਨ। ਸਾਡੀ ਮਰਿਆਦਾ ਇਹੀ ਹੈ ਵੀ ਛੱਡਣਾ ਨਹੀਂ ਉਹ ਕੁਝ ਥਾਲੇ ਦੇ ਅੰਦਰ। ਹੁਣ ਤੇ ਢਿੱਡ 'ਚ ਕੁਝ ਪੈਂਦਾ ਨਹੀਂ, ਤੇ ਨੀਅਤ ਨਹੀਂ ਬੰਦੇ ਦੀ ਰੱਜਦੀ। ਉਹ ਲੰਗਰਾਂ ਦੇ ਥਾਲਿਆਂ 'ਚ ਵੀ ਕਿੰਨਾ ਲੰਗਰ ਦੀ ਬੇਅਦਬੀ ਨਹੀਂ ਅਸੀਂ ਕਰਨੀ ਹੈ। ਕਿਸੇ ਵੀ ਖਾਣ, ਜਿੱਥੇ ਵੀ ਜਾਂਦੇ ਅਸੀਂ, ਭਾਵੇਂ ਵਿਆਹ ਤੇ ਕਿਉਂ ਨਾ ਤੁਸੀਂ ਗਏ ਹੋ,
ਉਹਨਾਂ ਕੋ ਹੋਣਾ ਚਾਹੀਦਾ ਜਿੰਨਾ ਕਿ ਛਕ ਲੈਣਾ ਹੈ। ਭਾਈ ਨੰਦ ਲਾਲ ਸਿੰਘ ਦੀ ਕਦੇ ਮਾਰੇ ਨਾਲ ਥਾਲਾ ਸਾਫ਼ ਕਰ ਦਿੰਦੇ ਹੁੰਦੇ ਹਨ। ਭਾਈ ਨੰਦ ਲਾਲ ਦੀ ਕਦੇ ਨਾ ਮਨ ਚ ਆਉਣਾ, ਕਹਿੰਦੇ ਗੁਰੂ ਸਾਹਿਬ ਕੁਝ ਛੱਡਦੇ ਨਹੀਂ ਥਾਲੇ 'ਚ, ਇੱਛਾ ਹੈ ਵੀ ਮਹਾਰਾਜ ਕੁਝ ਛੱਡਣ ਤੇ ਉਹ ਮੈਂ ਛਕਾਂ, ਮਹਾਰਾਜ ਦੇ ਹੱਥੋਂ ਛਕਾਂ। ਵੈਸੇ ਤੇ ਮਹਾਰਾਜ ਨੂੰ ਪ੍ਰਸ਼ਾਦਾ ਛਕਾਉਂਦੇ, ਇੱਕ ਭਾਵਨਾ ਹੋ ਸਕਦੀ ਕਿ ਇਹਦੇ ਅੰਦਰੋਂ ਭਾਵਨਾ ਮੈਂ ਕਿਤੇ ਛਕਾਂ ਵੀ ਮਹਾਰਾਜ ਸਾਰੇ ਲੋਕ ਤਰਸਦੇ ਨੇ ਮਹਾਰਾਜ ਹੱਥੋਂ। ਉਹ ਨਹੀਂ ਕਿਤੇ ਸਮਾਂ ਬਣਿਆ। ਇੱਕ ਦਿਨ ਕੀ ਹੋਇਆ, ਮਹਾਰਾਜ ਨੇ ਸ਼ਾਮ ਨੂੰ ਨਾ ਪ੍ਰਸ਼ਾਦਾ ਛਕਿਆ ਤੇ ਬਾਹਰ ਟਹਿਲਣ ਵਾਸਤੇ ਚਲੇ ਗਏ ਤੇ ਮਹਾਰਾਜ ਨੇ ਕੁਝ ਪ੍ਰਸ਼ਾਦੇ ਨਾ ਹੱਥਾਂ 'ਚ ਲੈ ਲਏ। ਕੂਕਰ ਸਨ, ਸੂਰਜ ਪ੍ਰਕਾਸ਼ ਗ੍ਰੰਥ ਲਿਖਿਆ, ਕੂਕਰ ਕੁੱਤੇ ਬਾਹਰ ਫਿਰ ਰਹੇ ਤੇ ਮਹਾਰਾਜ ਰਹਿਰਾਸ ਸਾਹਿਬ ਦਾ ਪਾਠ ਕਰਨ ਲੱਗ ਪਏ ਨਾਲੇ ਉਹ ਕੂਕਰਾਂ ਨੂੰ ਨਾ ਉਹ ਬੁਰਕੀਆਂ ਗਰਾਹੀਆਂ ਤੋੜ ਕੇ ਪਾਉਣ ਲੱਗ ਪਏ। ਉਹ ਕੂਕਰ ਆਲੇ ਦੁਆਲੇ ਇਕੱਠੇ ਹੋ ਗਏ। ਜਦੋਂ ਇਕੱਠੇ ਹੋ ਗਏ ਤੇ ਉਹ ਭਾਈ ਨੰਦ ਲਾਲ ਸਿੰਘ ਨੇ ਵੇਖਿਆ, ਕਹਿੰਦਾ ਪਤਾ ਅੰਦਰ ਬਿਰਤੀ ਕੀ ਪਿਆਰ ਸੀ, ਅੰਦਰ ਭਾਵਨਾ ਕੀ ਬਣੀ। ਕਹਿੰਦਾ ਨੰਦ ਲਾਲ ਤੇਰੇ ਨਾਲੋਂ ਤੇ ਕੁੱਤੇ ਹੀ ਚੰਗੇ ਨੇ ਜਿਨ੍ਹਾਂ ਨੂੰ ਗੁਰੂ ਸਾਹਿਬ ਦੇ ਹੱਥੋਂ ਗਰਾਹੀ ਤੇ ਮਿਲ ਰਹੀ ਹੈ ਨਾ। ਤੂੰ ਐਸ ਬਖਸ਼ਿਸ਼ ਦੀ ਕਿੰਨੇ ਚਿਰ ਤੋਂ ਇੱਛਾ ਰੱਖਦਾ, ਤੈਨੂੰ ਨਹੀਂ ਉਹ ਮਿਲੀ ਕੂਕਰ। ਫਿਰ ਭਾਈ ਨੰਦ ਲਾਲ ਨੇ ਪਤਾ ਕੀ ਕੀਤਾ, ਆਪਣੇ ਤੇ ਇੱਕ ਉਹ ਖੇਸ ਪਾਇਆ ਆਪਣੇ ਸਰੀਰ ਤੇ, ਹੱਥ ਧਰਤੀ ਤੇ ਲਾਏ, ਕੂਕਰਾਂ ਦੇ ਵਿੱਚ ਜਾ ਕੇ ਮਹਾਰਾਜ ਨੇ ਗਰਾਹੀ ਸੁੱਟੀ ਤੇ ਉਹ ਫੜ ਕੇ ਆਪਣੇ ਮੁੱਖ 'ਚ ਪਾ ਲਈ। ਮਹਾਰਾਜ ਦੀ ਨਿਗਾਹ ਪੈ ਗਈ, ਉਹ ਨੰਦ ਲਾਲ ਇਹ ਕੀ ਕਰਦਾ। ਜਦੋਂ ਮਹਾਰਾਜ ਨੇ ਰਹਿਰਾਸ ਸਾਹਿਬ ਦੇ ਪਾਠ ਦਾ ਭੋਗ ਪਾਇਆ, ਕਹਿੰਦੇ ਇਹ ਕੀ ਕਰਦਾ। ਕਹਿੰਦਾ ਮਹਾਰਾਜ ਇਹ ਬਖਸ਼ਿਸ਼ ਪ੍ਰਾਪਤ ਕਰਨ ਦੀ ਬੜੇ ਚਿਰ ਤੋਂ ਇੱਛਾ ਸੀ ਤੇ ਮੈਂ ਸਮਝਿਆ ਇਨਸਾਨ ਬਣ ਕੇ ਨਹੀਂ ਪ੍ਰਾਪਤ ਕਰ ਸਕਦਾ, ਤੁਹਾਡੇ ਦਰ ਦਾ ਕੂਕਰ ਬਣ ਕੇ ਤੁਹਾਡੇ ਹੱਥੋਂ ਗਰਾਹੀ ਪ੍ਰਾਪਤ ਕਰ ਲਾ। ਇਹਦਾ ਮਤਲਬ ਕੂਕਰਾਂ 'ਚ ਰੱਬ ਬਖਸ਼ਿਸ਼ ਗੁਰੂ ਸਾਹਿਬ ਦੀ ਪ੍ਰਾਪਤ ਕਰਨੀ, ਕੂਕਰਾਂ 'ਚ ਵੀ ਰੱਬ ਹੈ। ਮਹਾਰਾਜ ਨੇ ਕਿਹਾ, ਕਹਿਣ ਲੱਗੇ ਨੰਦ ਲਾਲ ਤੂੰ ਤੇ ਬਹੁਤ ਵੱਡਾ ਲਿਖਾਰੀ, ਤੂੰ ਤੇ ਕੂਕਰ ਨਹੀਂ। ਕਹਿੰਦਾ ਮਹਾਰਾਜ ਤੁਹਾਡੇ ਦਰ ਦੇ ਹਾਮ ਕੂਕਰ ਤੇਰੇ ਦਰਬਾਰ ਭੌਂਕੇ ਆਗੇ। ਮਹਾਰਾਜ ਸਾਡੀ ਡੋਰੀ ਨਾ, ਅਸੀਂ ਕੂਕਰ ਹੈ ਤੇ ਸਾਡੀ ਡੋਰੀ ਤੁਹਾਡੇ ਹੱਥ 'ਚ ਹੈ। ਤੇ ਗੁਰੂ ਗ੍ਰੰਥ ਸਾਹਿਬ 'ਚ ਤੁਸੀਂ ਲਿਖਿਆ ਵੀ ਕੂਕਰ ਵਫਾਦਾਰੀ ਨਿਭਾ ਦਿੰਦਾ। ਮੈਨੂੰ ਆਪਣੇ ਆਪ ਤੇ ਮਾਣ ਹੈ, ਮੈਂ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦਰ ਦਾ ਵਫਾਦਾਰ ਕੂਕਰ ਹਾਂ। ਤੇ ਮਹਾਰਾਜ ਨੇ ਘੁੱਟ ਕੇ ਗੱਲ ਨਾ ਲਾਇਆ, ਕਹਿਣ ਲੱਗੇ ਨੰਦ ਲਾਲ ਇੰਨੀ ਤੇਰੇ ਅੰਦਰ ਭਾਵਨਾ, ਜਿਹੜੇ ਬੋਲ ਲਿਖੇਗਾ ਉਹਦੇ 'ਚੋਂ ਭਾਵਨਾ ਪ੍ਰਗਟ ਹੋਏਗੀ, ਉਹ ਤੇਰੀ ਲਿਖਤ ਨੂੰ ਪੜ੍ਹਨ ਵਾਲਾ ਮੇਰੇ ਚਰਨਾਂ ਨਾਲ ਪਿਆਰ ਕਰਿਆ ਕਰੇਗਾ। ਉਹ ਮਹਾਰਾਜ ਦੀ ਬਖਸ਼ਿਸ਼ ਹੈ। ਹੁਣ ਘੱਟ 'ਚ ਸਾਨੂੰ ਰੱਬ ਦਿਸਿਆ ਹੈ। ਸੰਤਨ ਕਹਿਓ ਪੁਕਾਰ, ਸੰਤਨਾਂ ਨੇ ਕਿਹਾ ਨਾ ਵੀ ਰੱਬ ਹੈ। ਅਸੀਂ ਹੁਣ ਕੋਸ਼ਿਸ਼ ਕੀਤੀ ਵੀ ਰੱਬ ਅਸੀਂ ਵੇਖੀਏ ਵੀ ਹੈ ਰੱਬ ਕਿਸੇ ਦੇ ਅੰਦਰ। ਅਸੀਂ ਤਾਂ ਵੱਢ ਖਾਣ ਨੂੰ ਪੈਂਦੇ ਸਾਰਿਆਂ ਨੂੰ। ਉਹ ਬੰਦੇ ਦੀ ਸੋਚ, ਉਹ ਬੰਦਾ ਹੋਰ ਹੀ ਪਾਸੇ ਤੁਰਿਆ ਫਿਰਦਾ। ਗੁਰੂ ਸਾਹਿਬ ਅੱਗੇ ਕਿੰਨੇ ਅਸੀਂ ਬੜੇ ਨਿਮਰਤਾ ਨਾਲ ਹੱਥ ਜੋੜ ਕੇ ਖੜਦੇ ਆ, ਕਿੰਨੀ ਨਿਮਰਤਾ ਵਿਖਾਉਣੇ ਆ। ਜਿਹਨੂੰ ਸਮਝ ਆ ਗਈ ਨਾ ਸਾਰੇ ਪਾਸੇ ਰੱਬ ਇੰਨੀ ਨਿਮਰਤਾ ਉਹ ਹਰੇਕ ਜਗ੍ਹਾ ਤੇ ਰੱਖਦਾ ਹੈ। ਕਹਿੰਦਾ ਸਾਧੂ ਸੁਣਦਾ ਸਾਧੂ ਵੇਖਦਾ ਕਿਉਂ ਮੁਕਰ ਪਿਆ ਜਾਏ। ਉਹ ਤੇ ਸਾਧੂ ਹਜ਼ੂਰ ਹਾਜ਼ਰ ਹੈ ਨਾਜ਼ਰ, ਕਤੇ ਨਾ ਭਇਓ ਦੁਰਾਈ। ਉਹ ਤੇ ਘਟ ਰੱਬ ਰਹਿਆ ਬਣਵਾਨੀ, ਉਹ ਤੇ ਘਟ ਦੇ ਅੰਦਰ ਰਮਿਆ ਹੋਇਆ ਹੈ। ਉਹ ਤੇ ਸਾਰਿਆਂ ਦੇ ਅੰਦਰ ਹੈ। ਸਭਨੀ ਘਟੀ 100 ਵਸੇ ਸਹਿ ਬਿਨ ਘਟ ਨਾ ਹੋਏ। ਉਹ ਤੇ ਸਭਨੀ ਘਟੀ 100 ਵਸੇ। 100 ਜਿਹੜਾ ਖਸਮ ਪ੍ਰਮਾਤਮਾ ਸਾਰਿਆਂ 'ਚ ਵਸਦਾ ਹੈ, ਕੋਈ ਘੱਟ ਸ਼ਹਿ ਤੋਂ ਬਗੈਰ ਹੈ ਨਹੀਂ। ਹੁਣ ਸਾਨੂੰ ਤੇ ਨਜ਼ਰ ਨਹੀਂ ਪਿਆ। ਇਹਦੇ ਸੰਤਾਂ ਨੇ ਪੁਕਾਰ ਕੇ ਕਿਹਾ ਨਾ ਭਾਈ ਸਾਰਿਆਂ ਦੇ ਅੰਦਰ ਰੱਬ ਹੈ। ਘਟ ਮੈਂ ਹਰ ਜੂ ਵਸੈ, ਹਰ ਜੂ ਵਸਦਾ ਹੈ ਰੱਬ ਜੀ। ਸੰਤਨ ਕਹਿਓ ਪੁਕਾਰ, ਸੰਤਾਂ ਨੇ ਭਾਈ ਸੰਸਾਰ ਨੂੰ ਇਹ ਪੁਕਾਰ ਕੇ ਗੱਲ ਕਹੀ। ਨਾਨਕ ਤੇ ਭਜ ਬਣਾ। ਮਹਾਰਾਜ ਕਹਿੰਦੇ ਤੂੰ ਭਜ ਬਣਾ। ਭਜ ਦਾ ਅਰਥ ਜੋੜ, ਭਜਨ ਕਰ, ਰੱਬ ਦੀ ਬੰਦਗੀ ਕਰ। ਭਜ ਮਨ ਮੇਰੇ ਕੋ ਨਾਮ, ਜੇ ਉਹਨੂੰ ਜਪੇ ਪ੍ਰਮਾਤਮਾ ਦੇ ਨਾਮ ਨੂੰ, ਉਹਦੇ ਨਾਲ ਜੁੜ ਜੇ, ਭਉ ਡਰ ਨਿੱਧ ਸਮੁੰਦਰ ਉਤਰੈ ਪਾਰ। ਆ ਜਿਹੜਾ ਸੰਸਾਰ ਸਮੁੰਦਰ ਹੈ ਨਾ ਬੜਾ ਡਰਾਉਣਾ ਹੈ। ਇਹਦੇ ਚੋਂ ਪਾਰ ਉਤਰ ਜਾਏਗਾ ਜੇ ਤੂੰ ਵਾਹਿਗੁਰੂ ਨਾਲ ਜੁੜੇ। ਅਰਦਾਸ ਅਸੀਂ ਰੋਜ਼ ਹੀ ਕਰਦੇ ਆ, ਭੋਜਲ ਬਿਖਮ ਅਸਗਾ ਗੁਰ ਸ਼ਬਦੀ ਪਾਰ। ਭਾਵੇਂ ਸੰਸਾਰ ਸਮੁੰਦੇ ਤਾਰ ਗੋਬਿੰਦੇ ਤਾਰ ਲੈ ਬਾਪ। ਮਹਾਰਾਜ ਕਹਿੰਦੇ ਹੁਣ ਵਾਹਿਗੁਰੂ ਨਾਮ ਜਹਾਜ਼ ਹੈ, ਚੜੇ ਸੋ ਉਤਰੇ। ਜਿਹੜਾ ਚੜੇਗਾ ਪਾਰ ਉਤਰੇਗਾ, ਜਿਹੜਾ ਜਹਾਜ਼ ਤੇ ਬੈਠੇਗਾ ਪਾਰ ਉਤਰੇਗਾ, ਜਿਹੜਾ ਜਹਾਜ਼ ਤੇ ਚੜਿਆ ਇਹਨੂੰ ਪਾਰ ਕਿਵੇਂ ਉਤਰੇਗਾ। ਪਾਰ ਕਈ ਵਾਰੀ ਨਾ ਸਾਨੂੰ ਪਾਰ ਕਰਨ ਵਾਸਤੇ ਨਾ ਸਾਡੀ ਹਉਮੈ ਨੂੰ ਸਾੜਦਾ ਰੱਬ ਆ, ਤਾਂ ਅਸੀਂ ਪਾਰ ਹੋ ਸਕਦੇ। ਨਾਮ ਨਾਲ ਜੁੜਿਆ ਨਾ ਹਉਮੈ ਖਤਮ ਹੁੰਦੀ। ਇੱਕ ਨਾ ਬੰਦਾ ਦਰਿਆ 'ਚ ਜਾ ਰਿਹਾ ਸੀ
ਉਹ ਕੁਦਰਤੀ ਕੀ ਹੋਇਆ ਵੀ ਉਹ ਛਾਲ ਆਇਆ ਕਿਤੇ, ਉਹ ਹਵਾ ਦਾ ਰੁੱਖ ਬਦਲਿਆ ਤੇ ਉਹਦੀ ਬੇੜੀ ਉਸ ਪਾਸੇ ਨੂੰ ਚਲੀ ਗਈ ਜਿੱਧਰ ਸਿਰਫ ਜੰਗਲ ਹੈ, ਕੋਈ ਆਦਮੀ ਜਾਂਦਾ ਨਹੀਂ ਹੈ, ਕੋਈ ਜਹਾਜ਼, ਕੋਈ ਬੇੜੀ ਉਸ ਪਾਸੇ ਕਦੇ ਵੀ ਨਹੀਂ ਸੀ ਜਾਂਦੀ। ਉਹ ਬੰਦੇ ਦੀ ਬੇੜੀ ਉਸ ਪਾਸੇ ਚਲੀ ਗਈ ਜਿੱਥੇ ਨਾ ਕੋਈ ਇਨਸਾਨ ਕਦੇ ਵੀ ਨਹੀਂ ਜਾਂਦੇ। ਉਹ ਤੇ ਚਲੋ ਛਾਲ ਆਇਆ ਸਮੁੰਦਰ ਦੇ ਅੰਦਰ ਤੇ ਉਹ ਬੇੜੀ ਕੁਦਰਤੀ ਕਿਤੇ ਉਸ ਪਾਸੇ ਨੂੰ ਚਲੀ ਗਈ। ਹੁਣ ਉਹ ਬੰਦਾ ਉੱਥੇ ਹੀ ਰਹਿਣ ਲੱਗ ਪਿਆ, ਆਸ ਲਾ ਲਈ ਵੀ ਹੁਣ ਇੱਥੇ ਹੀ ਮਰਨਾ, ਇੱਥੇ ਹੀ ਖਤਮ ਹੋਣਾ ਹੈ। ਹੁਣ ਸਮੁੰਦਰ ਤੇ ਮੈਂ ਕਦੇ ਵੀ ਨਹੀਂ, ਬੇੜੀ ਵੀ ਰੁੜ ਗਈ ਪਾਣੀ ਵਿੱਚੋਂ ਕਿਸੇ ਨਾ ਕਿਸੇ ਤਰ੍ਹਾਂ, ਕੰਢੇ ਤੇ ਬੇੜੀ ਰੁੜ ਗਈ, ਆਪ ਉਹ ਤੈਰ ਕੇ ਬਾਹਰ ਕੰਢੇ, ਹੁਣ ਕਹਿੰਦਾ ਇੱਥੇ ਹੀ ਮਰਨਾ। ਉਹਨੇ ਕਰਦਾ ਕਰਾਉਂਦਾ ਫਿਰ ਉੱਥੇ ਇੱਕ ਝੁੱਗੀ ਪਾਲੀ, ਕਹਿੰਦਾ ਹੁਣ ਤੇ ਇੱਥੇ ਹੀ ਦਿਨ ਕੱਟਣੇ ਪੈਣੇ ਜਿੰਨੇ ਵੀ, ਇੱਕ ਦਿਨ ਮਰਾਂਗਾ, ਫਲ ਫੁੱਲ ਖਾ ਕੇ ਆਪਣਾ ਗੁਜ਼ਾਰਾ ਕਰਦਾ ਹੈ। ਉਹਨੇ ਝੁੱਗੀ ਪਾਈ, ਬਾਹਰ ਬੈਠਾ। ਕੁਦਰਤੀ ਕੀ ਹੋਇਆ ਵੀ ਉਹ ਝੁੱਗੀ ਨੂੰ ਲੱਗ ਗਈ ਅੱਗ, ਉਹ ਜਿਹੜੀ ਉਹਨੇ ਝੁੱਗੀ ਪਾਈ। ਉਹ ਬੰਦਾ ਰੋਇਆ, ਬੜਾ ਵਿਲਕਿਆ, ਕਹਿਣ ਲੱਗਾ ਰੱਬਾ ਕੋਈ ਤੇਰੀ ਮੇਰੇ ਨਾਲ ਬੜੀ ਵੱਡੀ ਦੁਸ਼ਮਣੀ ਲੱਗਦੀ ਹੈ, ਘਰੋਂ ਬੱਚਿਆਂ ਨਾਲੋਂ ਤੂੰ ਮੈਨੂੰ ਵਿਛੋੜ ਦਿੱਤਾ, ਬੇੜੀ 'ਚ ਸਾਂ, ਹੜ੍ਹ ਆਇਆ, ਇਸ ਪਾਸੇ ਆ ਗਿਆ, ਪਹਿਲਾਂ ਤੇ ਜਿਉਣ ਦੀ ਆਸ ਛੱਡੀ ਸੀ, ਹੁਣ ਰਹਿਣ ਲਈ ਥੋੜੀ ਜਿਹੀ ਝੁੱਗੀ ਬਣਾਈ, ਤੂੰ ਅੱਗ ਲਾ ਦਿੱਤੀ। ਉਹ ਅੱਗ ਜਦੋਂ ਬਲੀ ਨਾ, ਉਹ ਕੋਈ ਜਹਾਜ਼ ਸਮੁੰਦਰ ਚੋਂ ਲੰਘ ਰਿਹਾ ਸੀ, ਉਹ ਮੱਖਣ ਸ਼ਾਹ ਵਰਗਾ ਕੋਈ ਦਇਆਵਾਨ ਬੰਦਾ ਹੋਏਗਾ, ਉਹਨੇ ਅੱਗ ਲੱਗੀ ਵੇਖੀ। ਜਦੋਂ ਅੱਗ ਲੱਗੀ ਵੇਖੀ ਤੇ ਉਹਨੇ ਆਖਿਆ ਵੀ ਲੱਗਦਾ ਕੋਈ ਨੁਕਸਾਨ ਹੋਏਗਾ। ਉਹਨੇ ਆਪਣਾ ਜਹਾਜ਼, ਕੋਈ ਲੈ ਜਾਂਦਾ ਨਹੀਂ ਸੀ ਉਹਨੂੰ, ਉਹ ਜਹਾਜ਼ ਲਗਿਆ। ਉਹ ਜਦੋਂ ਜਹਾਜ਼ ਉਹਨੇ ਆਪਣੇ ਨਾਲ ਆਉਂਦਿਆਂ ਵੇਖਿਆ ਤੇ ਉਹ ਆਦਮੀ ਉਸ ਪਾਸੇ ਨੂੰ ਨੇੜੇ ਗਿਆ, ਅੱਗ ਬਲਦੀ ਰਹੀ। ਉਹ ਜਦੋਂ ਆਦਮੀ ਨੇ ਜਹਾਜ਼, ਉਹਨਾਂ ਨੇ ਆਵਾਜ਼ ਮਾਰੀ, ਕਹਿੰਦੇ ਵੀ ਤੂੰ ਇੱਥੇ ਕਿਵੇਂ, ਇੱਧਰ ਤੇ ਕੋਈ ਆਉਂਦਾ ਨਹੀਂ, ਬੜਾ ਲੱਗਾ। ਉਹ ਕਹਿੰਦਾ ਜਿਵੇਂ, ਉਹ ਜਹਾਜ਼ 'ਚ ਬੈਠਣ ਲੱਗਾ, ਇੱਕ ਗੱਲ ਉਹਨੇ ਕਹੀ, ਕਹਿਣ ਲੱਗਾ ਜੀ ਮੈਨੂੰ ਬਚਾਉਣ ਵਾਸਤੇ, ਸਮੁੰਦਰ 'ਚੋਂ ਪਾਰ ਕਰਨ ਵਾਸਤੇ ਤੂੰ ਮੇਰੀ ਝੁੱਗੀ ਨੂੰ ਅੱਗ ਲਾਈ ਸੀ, ਮੈਂ ਤੈਨੂੰ ਫਜ਼ੂਲ ਦੇ ਅੰਦਰ ਹੀ ਨਾਮੇ ਦਿੰਦਾ ਰਿਹਾ। ਸਾਨੂੰ ਨਾ ਭਵ ਸਾਗਰ ਤੋਂ ਪਾਰ ਕਰਨ ਵਾਸਤੇ ਨਾ ਕਈ ਵਾਰੀ ਹਉਮੈ ਨੂੰ ਸਾੜਨ ਵਾਸਤੇ ਰੱਬ ਬੜਾ ਕੁਝ ਕਰਦਾ ਹੈ। ਅਸੀਂ ਪਰ ਵੇਖੋ ਵੇਟ ਹੈ, ਨਦੀ ਹੈ, ਤੈਰਨਾ ਹੈ, ਉਹ ਤੈਰਨ ਵਾਸਤੇ ਨਾ ਸਾਨੂੰ ਇੱਕ ਤੈਰਨ ਦਾ ਗੁਣ ਹੋਣਾ ਚਾਹੀਦਾ, ਇੱਕ ਸਾਡਾ ਵੇਟ ਉਸ ਹਿਸਾਬ ਨਾਲ ਉਹ ਹੋਣਾ ਚਾਹੀਦਾ। ਰੱਬ ਫਿਰ ਸਾਡਾ ਬੈਲੈਂਸ ਬਣਾਉਂਦਾ ਵੀ ਇਹਨੂੰ ਭਵ ਸਾਗਰ ਤੋਂ ਪਾਰ ਕਰਨਾ, ਉਹ ਕਿਸੇ ਤਰੀਕੇ ਨਾਲ ਹੋ ਸਕਦਾ ਹੈ। ਤੇ ਫਿਰ ਉਹ ਇੱਕ ਦਿਨ ਕਿਰਪਾ ਕਰਦਾ, ਫਿਰ ਨਾਮ ਦੇ ਜਹਾਜ਼ ਤੇ ਚੜਾਉਂਦਾ ਹੈ। ਉਹ ਅੱਗ ਲੱਗੀ, ਕਲਪੇ ਹੋਏ ਅਸੀਂ, ਸੰਸਾਰ ਤ੍ਰਿਸ਼ਨਾ ਦੀ ਅੱਗ ਹੈ, ਮਨੁੱਖ ਸੰਸਾਰ ਸਮੁੰਦਰ ਦੇ ਕੰਢੇ ਤੇ ਕਲਪਿਆ। ਫਿਰ ਵਾਹਿਗੁਰੂ ਨਾਮ ਦਾ ਗੁਰੂ ਜਹਾਜ਼ ਲੈ ਕੇ ਆਉਂਦਾ, ਗੁਰ ਬੇੜੀ ਤੁਲਹਾ ਗੁਰੂ, ਗੁਰੂ ਹੀ ਬੇੜੀ, ਗੁਰੂ ਤੁਲਤ ਜਹਾਜ਼ ਵੀ ਉਹ ਚਲਾਉਣ ਵਾਲਾ ਵੀ ਉਹ। ਫਿਰ ਗੁਰੂ ਨਾ ਉਹ ਚੱਪੂ ਮਾਰ ਕੇ, ਜਾਂ ਚਲੋ ਪੁਰਾਤਨ ਸਮੇਂ ਉਹ ਤੁਲਹਾ ਨੂੰ ਕਹਿੰਦੇ ਲੱਕੜਾਂ ਬੰਨ੍ਹ ਕੇ ਜਹਾਜ਼ ਹੁੰਦੇ ਸਨ ਹੋਰ ਤਰ੍ਹਾਂ ਦੇ। ਹੁਣ ਤੇ ਚਲੋ ਸਮੁੰਦਰੀ ਜਹਾਜ਼ ਬਹੁਤ ਵੱਡੇ ਵੱਡੇ, ਕਈ ਉਹਨਾਂ ਦੇ ਰੂਮ ਬਣੇ ਹੋਏ ਨੇ ਵਿੱਚ, ਸਾਰਾ ਕੁਝ ਚਲੋ ਹੁਣ ਹੋਰ ਸਮੇਂ ਜਦੋਂ ਬਾਣੀ ਉਚਾਰਨ ਕੀਤੀ ਉਦੋਂ ਹੋਰ ਤਰੀਕੇ ਨਾਲ। ਉਹ ਫਿਰ ਨਾ ਉਹ ਗੁਰੂ ਸਾਹਿਬ ਜੀ ਨਾਮ ਰੂਪੀ ਜਹਾਜ਼ ਲਿਆਉਂਦੇ ਨੇ ਤੇ ਉਹਦੇ ਉੱਪਰ ਚੜਾਉਂਦੇ ਆ। ਫਿਰ ਤੇ ਜਿਹੜਾ ਚੜ ਜਾਂਦਾ ਹੈ, ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੋ ਉਤਰੇ ਪਾਰ, ਜੋ ਸ਼ਰਧਾ ਕਰ ਜਿਹੜੇ ਸ਼ਰਧਾ ਨਾਲ ਗੁਰੂ ਸਾਹਿਬ ਦੀ ਸੇਵਾ ਕਰਦੇ ਆ, ਗੁਰ ਪਾਰ ਉਤਾਰਨ। ਫਿਰ ਗੁਰੂ ਸਾਹਿਬ ਦੀ ਜ਼ਿੰਮੇਵਾਰੀ ਬਣ ਜਾਂਦੀ ਇਹਨੂੰ ਪਾਰ ਉਤਾਰਨਾ, ਆਸਰਾ ਗੁਰੂ ਸਾਹਿਬ ਦਾ ਨਾ। ਉਹ ਸਈਦੇ ਬਲਾ ਨੇ ਕਿਹਾ ਸੀ ਜੀ ਮੈਂ ਤੁਹਾਨੂੰ ਨਦੀ ਪਾਰ ਕਰਾਤੀ, ਤੁਸੀਂ ਮੈਨੂੰ ਸੰਸਾਰ ਸਮੁੰਦਰ ਤੋਂ ਪਾਰ ਕਰੋ। ਮਹਾਰਾਜ ਕਹਿੰਦੇ ਸੌਦਾ ਮਹਿੰਗਾ ਹੈ। ਤੇ ਫਿਰ ਗੁਰੂ ਸਾਹਿਬ ਨੇ ਕਿਹਾ ਸੀ ਸ਼ਬਦ ਨਾਲ ਜੁੜ, ਤੈਨੂੰ ਭੋਜਲ ਬਿਖਮ ਅਸਗਾ ਗੁਰ ਸ਼ਬਦੀ ਪਾਰ। ਭਾਵੇਂ ਗੁਰੂ ਦੇ ਸ਼ਬਦ ਦਾ ਆਸਰਾ ਪਕੜ ਤੇ ਆਸਰਾ ਲਏਗਾ, ਫਿਰ ਇਹ ਭਵ ਸਾਗਰ ਤੋਂ ਪਾਰ ਹੋਏਗਾ। ਅਗਲੇ ਸ਼ਲੋਕ ਦੀ ਵਿਚਾਰ ਕੱਲ ਦੇ ਦੀਵਾਨਾਂ 'ਚ ਕਰਾਂਗੇ ਜੀ। ਸਮੇਂ ਦੀ ਸਮਾਪਤੀ ਹੈ।